ਬਰਾੜ ਸਾਹਿਬ सूबे ਦੇ ਵਿੱਚ लॉकडाउन ਲਾਇਆ ਗਿਆ, ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਕੱਲ ਦੁਕਾਨਦਾਰਾਂ ਨੇ ਵੀ ਤੇ ਵਪਾਰੀਆਂ ਨੇ ਵੀ ਪ੍ਰੋਟੈਸਟ ਕੀਤਾ ਸੀ, ਉਸ ਨੂੰ ਕਿਵੇਂ ਦੇਖਦੇ ਹੋ? ਸਰਕਾਰ ਨੂੰ ਲੌਕਡਾਊਨ ਜੇ ਕੋਈ ਲਾਉਣਾ ਹੈ ਤਾਂ ਤਰਕ ਸੰਗਤ ਕਰਨਾ ਚਾਹੀਦਾ ਹੈ। ਜੇ ਲੌਕਡਾਊਨ ਲਾਉਣਾ ਤਾਂ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੀਆਂ ਪਹਿਲਾਂ ਹੀ ਕਮਾਈਆਂ ਨਹੀਂ ਹੈਗੀਆਂ, ਬੁਰੇ ਹਾਲ ਹੋਏ ਪਏ ਹੈ, ਉਹਨਾਂ ਨੂੰ ਜਾਂ ਤੱਕ ਉਹਨਾਂ ਦੇ ਖਾਣੇ ਪਾਣੀ ਦਾ ਜਾਂ ਕੋਈ ਲੋੜੀਂਦੇ ਪੈਸਿਆਂ ਦਾ ਇੰਤਜ਼ਾਮ ਖਾਤਿਆਂ ਦੇ ਵਿੱਚ ਪਾਵੇ ਤੇ ਫਿਰ ਲੌਕਡਾਊਨ ਕਰੇ। ਬਿਜਲੀ ਪਾਣੀ ਦੇ ਬਿੱਲ ਪਿੱਛੇ ਪਾਉਣ, ਪ੍ਰਾਪਰਟੀ ਟੈਕਸ ਜਾਂ ਕੋਈ ਸਰਕਾਰ ਦੀ ਹੋਰ ਦੇਣਦਾਰੀ ਹੈ ਉਹ ਪਿੱਛੇ ਪਾਉਣ, ਤਾਂ ਫਿਰ ਲੋਕ ਸ਼ਾਇਦ ਥੋੜੇ ਬਹੁਤੇ ਤਿਆਰ ਹੋ ਜਾਂਦੇ ਕਿ ਸਰਕਾਰ ਵੀ ਹੱਥ ਵਧਾ ਰਹੀ ਹੈ ਤੇ ਅਸੀਂ ਵੀ ਵਧਾਈਏ। ਅੱਛਾ ਬਰਾੜ ਸਾਹਿਬ, ਅਕਾਲੀ ਦਲ ਜਿਹੜਾ ਲੋਕਾਂ ਨੂੰ ਭਟਕਾ ਰਿਹਾ, ਇਹ ਰਾਜਕੁਮਾਰ ਵੇਰਕਾ ਹੋਰਾਂ ਦਾ ਬਿਆਨ ਹੈ, ਅਸੀਂ ਹੁਣੇ ਸੁਣਾ ਵੀ ਚੁੱਕੇ ਹਾਂ ਆਪਣੇ ਦਰਸ਼ਕਾਂ ਨੂੰ। ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਅਕਾਲੀ ਦਲ ਆਮ ਲੋਕਾਂ ਨੂੰ ਭਟਕਾ ਰਿਹਾ ਤਾਂ ਜੋ ਕਰੋਨਾ ਜਿਹੜਾ ਉਹ ਫੈਲ ਸਕੇ, ਉਹ ਤੁਹਾਡੇ ਤੇ ਇਲਜ਼ਾਮ ਲਾ ਰਿਹਾ ਜੀ। ਪਰ ਮੈਂ ਤਾਂ ਇੱਕ ਗੱਲ ਕਹੂੰਗਾ, ਸਾਡੇ ਤੇ ਸੁੱਟ ਲੈਣ, ਅਸੀਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਠਾਉਣੀ ਔਰ ਲੋਕਾਂ ਦੇ ਨਾਲ ਖੜਾਂਗੇ। ਇਸ ਕਰਕੇ ਸਰਕਾਰ ਨੂੰ ਚੰਗਾ ਲੱਗਦਾ ਬੁਰਾ ਲੱਗੇ ਉਹਦੇ ਚ ਸਾਨੂੰ ਕੀ ਫਰਕ ਪੈਣ ਲੱਗਾ। ਜਿਹੜਾ ਹੁਣ ਸ਼੍ਰੋਮਣੀ ਅਕਾਲੀ ਦਲ ਹੈ, ਕਿਤੇ ਤਾਂ ਪੱਗਾਂ ਦੀ ਰਾਖੀ ਰੱਖਣ ਵਾਲਾ ਅਕਾਲੀ ਦਲ ਸੀ ਤੇ ਹੁਣ ਜਿਹੜਾ ਅਕਾਲੀ ਦਲ ਹੈ ਉਹ ਪੱਗਾਂ ਲਾਉਣ ਵਾਲਾ ਹੋ ਗਿਆ ਜੀ, ਇਹ ਜੋਗਾ ਸਿੰਘ ਹੋਰਾਂ ਨੇ ਕਿਹਾ ਜੀ। ਦੇਖੋ, ਮੈਂ ਜੋ ਕੁਝ ਕਹਿਣਾ ਸੀ ਕਿ ਮੈਂ ਕਹਿ ਚੁੱਕਿਆ। ਮੈਂ ਇਹੋ ਜਿਹੇ ਬਹੁਤ ਨੀਵੇਂ ਪੱਧਰ ਤੇ ਗੱਲਾਂ ਕਰਨ ਵਾਲੇ ਲੋਕਾਂ ਦਾ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ। ਦੀਪ ਸਿੱਧੂ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਆ, ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜੀ ਅਜਿਹਾ? ਪਰ ਮੈਨੂੰ ਹਲੇ ਤੱਕ ਇਹਦੇ ਬਾਰੇ ਕੋਈ ਗਿਆਨ ਨਹੀਂ ਹੈ, ਮੈਂ ਤਾਂ ਤੁਹਾਡੇ ਤੋਂ ਹੀ ਸੁਣ ਰਿਹਾ। ਅਗਰ ਕੋਈ ਪਾਰਟੀ ਕੋਲੇ ਪ੍ਰਪੋਜ਼ਲ ਆਊਗੀ ਜਾਂ ਕੋਈ ਐਸੀ ਗੱਲ ਆਊਗੀ ਤਾਂ ਫਿਰ ਤੁਹਾਨੂੰ ਜ਼ਰੂਰ ਦੱਸਿਆ ਜਾਵੇਗਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ। ਲਾਈਵ ਟਾਕ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰੋਗਰਾਮ ਮੰਗਲਵਾਰ ਤੋਂ ਸ਼ੁੱਕਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਟੈਲੀਕਾਸਟ ਕੀਤਾ ਜਾਂਦਾ, ਜਿਸ ਦੇ ਵਿੱਚ ਤੁਸੀਂ ਵੱਖ-ਵੱਖ ਮੁੱਦਿਆਂ ਤੇ ਆਪਣੀ ਰਾਏ ਹੈ ਜਿਹੜੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਟੀਵੀ ਸਕਰੀਨ ਉੱਤੇ ਲਗਾਤਾਰ ਨੰਬਰ ਨੇ ਜਿਹੜੇ ਉਹ ਫਲੈਸ਼ ਕੀਤੇ ਜਾ ਰਹੇ ਨੇ ਤੇ ਤੁਸੀਂ ਬੇਝਿਜਕ ਦੇ ਜਿਹੜੇ ਨੰਬਰ ਨੇ ਉਹਨਾਂ ਨੂੰ ਡਾਇਲ ਕਰਕੇ ਸਿੱਧਾ ਰਾਬਤਾ ਸਾਡੇ ਨਾਲ ਕਰ ਸਕਦੇ ਹੋ ਤੇ ਵੱਖ-ਵੱਖ ਮੁੱਦਿਆਂ ਤੇ ਆਪਣੀ ਰਾਏ ਹੈ ਜਿਹੜੀ ਸਾਂਝੀ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ YouTube Facebook ਉੱਤੇ ਵੀ ਆਪਣੀ ਜਿਹੜੀ ਰਾਏ ਆ ਉਹ ਕਮੈਂਟ ਦੇ ਜ਼ਰੀਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜੇਕਰ ਤੁਸੀਂ ਪਹਿਲੀ ਵਾਰ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਤਾਂ ਦੱਸ ਦਈਏ ਕਿ ਮੰਗਲਵਾਰ ਤੋਂ ਸ਼ੁੱਕਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਟੈਲੀਕਾਸਟ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਤੁਸੀਂ ਵੱਖ-ਵੱਖ ਮੁੱਦਿਆਂ ਤੇ ਆਪਣੀ ਰਾਏ ਰੱਖਣ ਲਈ ਸਾਡੇ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੇ ਹੋ, ਜਿਸ ਦੇ ਲਈ ਟੀਵੀ ਸਕਰੀਨ ਉੱਤੇ ਲਗਾਤਾਰ ਨੰਬਰ ਨੇ ਜਿਹੜੇ ਉਹ ਫਲੈਸ਼ ਕੀਤੇ ਜਾ ਰਹੇ ਨੇ। ਅੱਜ ਦੇ ਜੇਕਰ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਖਾਸ ਜਿਹੜਾ ਦੇਖਣ ਨੂੰ ਮਿਲਿਆ ਉਹ ਹੈ ਦੀਪ ਸਿੱਧੂ ਹੋਰਾਂ ਦੇ ਸੰਬੰਧੀ ਤੇ ਨਾਲ ਦੀ ਨਾਲ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਸੰਬੰਧੀ। ਪਰ ਇਹਨਾਂ ਸਭ ਮੁੱਦਿਆਂ ਤੋਂ ਪਹਿਲਾਂ ਗੱਲ USA ਦੀ ਕਰ ਲੈਂਦੇ ਆ। ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ, ਉਹਨਾਂ ਨੇ ਇੱਕ ਵਾਰ ਫਿਰ ਕਿਹਾ ਕਿ ਉਹ ਭਾਰਤ ਦੀ ਕਰੋਨਾ ਦੇ ਕਾਲ ਦੇ ਵਿੱਚ ਜਿਹੜੀ ਹਾਲਤ ਨੇ ਉਹਨਾਂ ਦੀ ਮਦਦ ਜ਼ਰੂਰ ਕਰਨਗੇ, ਵੱਡੇ ਪੱਧਰ ਤੇ ਮਦਦ ਕਰਨਗੇ। ਇੱਥੇ ਦੱਸ ਦਈਏ ਕਿ ਜਿਹੜੇ USA ਦੇ ਰਾਸ਼ਟਰਪਤੀ ਨੇ ਜੋ ਬਾਈਡਨ, ਉਹਨਾਂ ਨੇ ਅੱਜ ਬ੍ਰਾਜ਼ੀਲ ਦੀ ਮਦਦ ਕਰਨ ਦੇ ਵੀ ਐਲਾਨ ਕੀਤਾ ਤੇ ਨਾਲ ਦੀ ਨਾਲ ਭਾਰਤ ਦੀ ਮਦਦ ਕਰਨ ਦਾ ਵੀ ਐਲਾਨ ਕੀਤਾ ਤੇ ਵੱਡੇ ਪੱਧਰ ਤੇ ਜਿਹੜੀ ਭਾਰਤ ਦੀ ਮਦਦ ਕੀਤੀ ਜਾ ਰਹੀ ਆ ਉਹ ਇਸੇ ਤਰ੍ਹਾਂ ਜਾਰੀ ਰਹੇਗੀ। ਨਾਲ ਦੀ ਨਾਲ ਦੱਸ ਦਈਏ ਕਿ ਬਾਕੀ ਹੋਰ ਦੇਸ਼ਾਂ ਦੇ ਵਿੱਚੋਂ ਵੀ ਭਾਰਤ ਦੀ ਮਦਦ ਦੇ ਲਈ ਐਲਾਨ ਕੀਤੇ ਜਾ ਰਹੇ ਨੇ। ਬੀਤੇ ਦਿਨੀ ਕੈਨੇਡਾ ਤੋਂ ਵੀ ਜਿਹੜੀ ਮਦਦ ਦਾ ਐਲਾਨ ਕੀਤਾ ਗਿਆ ਸੀ ਤੇ ਨਾਲ ਦੀ ਨਾਲ ਜਿਹੜੇ UNO ਨੇ ਉਹਨਾਂ ਨੇ ਵੀ ਅਪੀਲ ਕੀਤੀ ਸੀ ਕਿ ਇਸ ਮਾੜੇ ਸਮੇਂ ਦੇ ਵਿੱਚ ਜਦ ਕੋਵਿਡ ਦਾ ਕਹਿਰ ਹੈ ਭਾਰਤ ਦੇ ਵਿੱਚ ਮੰਡਰਾ ਰਿਹਾ ਤਾਂ ਜਿਹੜੀ ਭਾਰਤ ਦੀ ਮਦਦ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਭਾਰਤ ਨੇ ਬਾਕੀ ਸਾਰੇ ਦੇਸ਼ਾਂ ਦੀ ਜਦ ਉਹਨਾਂ ਤੇ ਮਾੜੇ ਹਾਲਾਤ ਸਨ ਤਾਂ ਮਦਦ ਕੀਤੀ ਸੀ। ਇਸੇ ਕੜੀ ਤਹਿਤ ਹੁਣ ਜੋ ਬਾਈਡਨ ਨੇ ਇੱਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਮਦਦ ਦੇਣ ਦਾ ਭਰੋਸਾ ਜਤਾਇਆ। ਦੱਸਦੇ ਕਿ ਬੀਤੇ ਦਿਨੀ ਵੀ ਜਿਹੜੇ ਜੋ ਬਾਈਡਨ ਤੇ ਮੋਦੀ ਸਾਹਿਬ ਨੇ ਉਹਨਾਂ ਦੀ ਗੱਲਬਾਤ ਹੋਈ ਸੀ ਤੇ ਉਸ ਦੇ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਹਰ ਕਦਮ ਤੇ ਜਿਹੜਾ USA ਆ ਉਹ ਭਾਰਤ ਦੇ ਨਾਲ ਖੜਾ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਵਾਈਟ ਹਾਊਸ ਤੋਂ ਇਹ ਮਦਦ ਦਾ ਐਲਾਨ ਕੀਤਾ ਗਿਆ। ਬਾਕੀ ਜੋ ਬਾਈਡਨ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾ ਦਿੰਦੇ ਆ। Helping India significantly. I spoke to Prime Minister Modi. What he needs most is he needs the material and the parts to be able to have his machines that can make the vaccine work. We're sending them that. We're sending them oxygen. We're sending them a lot of the precursors. So we're doing a lot for India. With regard to the AstraZeneca vaccine, which we have sent that vaccine to Canada and to Mexico,
And there are other countries that we're talking to now. As a matter of fact, I talked to a head of state today. I'm not prepared to announce who else we'll be giving the vaccine to, but we are going to, by the 4th of July, have sent about 10% of what we have to other nations, including some of the ones you mentioned. We're also setting a new goal. 2 months from today, families across the country are going to celebrate the 4th of July. Our goal by July 4th is to have 70% of adult Americans with at least one shot and 160 million Americans fully vaccinated. That means giving close to 100 million shots, some first shots, others second shots, over the next 60 days. Of course, Americans can still get shots after July 4th, but no one should wait. Let's try to hit that 70% mark, at least with one shot before that day. It's another huge goal. And as you may remember, we were initially focused on getting enough vaccines for every adult. Well, we did that. We have enough vaccines. Now that we have the vaccine supply, we're focused on convincing even more Americans to show up and get the vaccine that is available to them. If we succeed in this effort, as we did with the last, then Americans will have taken a serious step towards a return to normal. That's July 4th. ਇਹ ਸਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਜਿਨ੍ਹਾਂ ਨੇ ਭਾਰਤ ਦੀ ਮਦਦ ਦਾ ਐਲਾਨ ਕੀਤਾ ਤੇ ਨਾਲ ਦੀ ਨਾਲ ਦੱਸਦੀ ਹੈ ਕਿ ਉਧਰ ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਗੰਭੀਰ ਇਲਜ਼ਾਮ ਲਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਰੋਨਾ ਦੇ ਵਿੱਚ ਜਿਹੜੀ ਲੋਕਾਂ ਨੂੰ ਭਟਕਾ ਰਹੀ ਹੈ ਤਾਂ ਜੋ ਕਰੋਨਾ ਜਿਹੜਾ ਉਹ ਫੈਲ ਸਕੇ। ਰਾਜਕੁਮਾਰ ਵੇਰਕਾ ਕਾਂਗਰਸੀ ਵਿਧਾਇਕ ਨੇ, ਉਹਨਾਂ ਦੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਉੱਤੇ ਲਾਏ ਨੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਮ ਲੋਕ ਨੇ ਉਹਨਾਂ ਨੂੰ ਜਾਣਬੁੱਝ ਕੇ ਭਟਕਾ ਰਹੀ ਹੈ ਤੇ ਤਾਂ ਜੋ ਜਿਹੜਾ ਕਰੋਨਾ ਦਾ ਕਹਿਰ ਹੈ ਉਹ ਇਸ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਫੈਲ ਜਾਵੇ। ਇੱਥੇ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਕਿ ਜਿਹੜਾ ਬੀਜੇਪੀ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਦੇਸ਼ ਭਰ ਦੇ ਵਿੱਚ, ਦੱਸਦੀ ਹੈ ਕਿ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਜਿਸ ਦੇ ਕਾਰਨ ਉਹਨਾਂ ਨੇ ਰਾਜਕੁਮਾਰ ਵੇਰਕਾ ਹੋਰਾਂ ਨੇ ਕਿਹਾ ਕਿ ਜਿਹੜੇ ਲੋਕ ਨੇ ਇਹ ਨਿੰਦਣਯੋਗ ਹੈ ਕਿ ਬੀਜੇਪੀ ਦੇ ਲੋਕ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਤੇ ਨਾਲ ਦੀ ਨਾਲ ਕਿਉਂਕਿ ਇੱਕ ਪਾਸੇ ਜਿੱਥੇ ਸਾਰਾ ਜ਼ੋਰ ਲੱਗਿਆ ਹੋਇਆ ਸੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਦਾ, ਉਸ ਤੋਂ ਬਾਅਦ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਕਿਉਂ ਹੋਈਆਂ, ਕਿਵੇਂ ਹੋਈਆਂ ਤੇ ਨਾਲ ਦੀ ਨਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਰੇ ਕਿਹਾ ਕਿ ਜਦ ਦਿੱਲੀ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਿਹੜੇ ਅੰਕੜੇ ਸੀ ਕਰੋਨਾ ਦੇ ਉਹ ਵੱਧ ਰਹੇ ਸਨ, ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਨਹੀਂ ਕਿਹਾ, ਪਰ ਹੁਣ ਉਹਨਾਂ ਦੇ ਢਿੱਡੀ ਪੀੜ ਹੁੰਦੀ ਹੈ। ਇਹ ਰਾਜਕੁਮਾਰ ਵੇਰਕਾ ਹੋਰਾਂ ਦਾ ਕਹਿਣਾ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਉਹ ਜਾਣਬੁੱਝ ਕੇ ਲੋਕਾਂ ਨੂੰ ਭਟਕਾ ਰਿਹਾ। ਇਸ ਮੌਕੇ ਹੋਰ ਉਹਨਾਂ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾਵਾਂਗੇ, ਪਰ ਦੱਸਦੀ ਹੈ ਕਿ ਲਗਾਤਾਰ ਉਹ ਸ਼੍ਰੋਮਣੀ ਅਕਾਲੀ ਦਲ ਉੱਤੇ ਸ਼ਬਦੀ ਹਮਲੇ ਕਰਦੇ ਆ ਰਹੇ ਨੇ ਤੇ ਨਾਲ ਦੀ ਨਾਲ ਉਹ ਮਾਮਲਾ ਭਾਵੇਂ ਕਰੋਨਾ ਦਾ ਹੋਵੇ ਭਾਵੇਂ ਮਾਮਲਾ ਬੇਅਦਬੀ ਦਾ ਹੋਵੇ, ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਦੇ ਹੋਏ ਦਿਖਾਈ ਦੇ ਰਹੇ ਨੇ। ਬੀਤੇ ਦਿਨੀ ਉਹਨਾਂ ਨੇ ਬੇਅਦਬੀ ਦੇ ਮੁੱਦੇ ਤੇ ਵੀ ਸ਼੍ਰੋਮਣੀ ਅਕਾਲੀ ਦਲ ਉੱਤੇ ਗੰਭੀਰ ਇਲਜ਼ਾਮ ਲਾਏ ਸਨ ਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਇਲਜ਼ਾਮ ਲਾਏ ਨੇ। ਬਾਕੀ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਉਹ ਸੁਣਾ ਦਿੰਦੇ ਆ। ਅਕਾਲੀ ਦਲ ਵਾਲੇ ਬਿਨਾਂ ਵਜ੍ਹਾ ਬਾਤ ਦਾ ਬਤੰਗੜ ਬਣਾ ਰਹੇ ਔਰ ਲੋਕਾਂ ਨੂੰ ਉਕਸਾ ਰਹੇ ਹੈ, कोरोना फैले, बीमारी फैले, ये लोगों को उकसा रहे है। जे हरियाणा च लॉकडाउन लगे अकाली दल नूं कोई पेट च दर्द नहीं, जे दिल्ली च लग्या कोई पेट च मरोड़ नहीं, जे बाकी स्टेटां च लगे तो अकाली दल नूं कोई परेशानी नहीं। पंजाब दे लोकां नूं बचाउण वास्ते पंजाब सरकार कोई फैसला लवे तो पेट च मरोड़ पैदा हुंदे है। और अकाली दल वालिओ घटिया राजनीति बंद करो भैया। बड़ी घटिया राजनीति है बीजेपी की। मुझे हैरानगी इस बात की है कि बंगाल के अंदर नरेंद्र मोदी जी ने इज्जत का सवाल बनाकर कैंप किया और उनके हुक्म पर अमित शाह जी ईडी को, सीबीआई को, सारी सेंट्रल फोर्सेस को ले जाकर डराने धमकाने का काम कर रहे थे। उसके बावजूद भी बंगाल के लोगों ने बंटा धार करके भेज दिया बीजेपी का। अब कह रहे हैं कि वहाँ पे ममता बनर्जी के गुंडे हमले करवा रहे हैं।
यूपी में जाते हैं तो कहते मुलायम सिंह यादव के गुंडे हमले करवा रहे हैं, दिल्ली में जाते हैं तो कहते केजरीवाल के गुंडे हमले करवा रहे हैं, पंजाब में कहते हैं कांग्रेस के गुंडे हमले करवा रहे हैं। भैया ये घटिया राजनीति है, बढ़िया घटिया किस्म के खिलाड़ी हो, आप हार करके रोते हो। अभी तो शुरुआत है, इब्तिदाई राजनीति है, रोता है क्या, अभी आगे आगे देखिए होता है क्या। ਇਹ ਸਨ ਰਾਜਕੁਮਾਰ ਵੇਰਕਾ ਜਿਨ੍ਹਾਂ ਨੇ ਕਰੋਨਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ ਤੇ ਬੀਜੇਪੀ ਤੇ ਵੀ ਵੱਡਾ ਸ਼ਬਦੀ ਹਮਲਾ ਬੋਲਿਆ। ਇੱਥੇ ਦੱਸਦੀ ਹੈ ਕਿ ਕਰੋਨਾ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੀ ਨੀਅਤ ਤੇ ਨੀਤੀ ਤੇ ਸਵਾਲ ਵੱਡੇ ਖੜੇ ਹੋ ਰਹੇ ਨੇ। ਉਹ ਸਵਾਲ ਖੜੇ ਕੀਤੇ ਆ ਜਗਜੀਤ ਸਿੰਘ ਡੱਲੇਵਾਲ ਨੇ, ਜਿਹੜੇ ਕਿ ਕਿਸਾਨ ਆਗੂ ਨੇ। ਦਿੱਲੀ ਦੀਆਂ ਵਰੂਹਾਂ ਤੇ ਲਗਾਤਾਰ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਤੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਆਪਣੀ ਜਿਹੜੀ ਮੰਗ ਹੈ ਉਹ ਲਗਾਤਾਰ ਕੇਂਦਰ ਸਰਕਾਰ ਮੂਹਰੇ ਚੱਕ ਰਹੇ ਨੇ। ਪਰ ਹਲੇ ਤੱਕ ਕਰੀਬ ਲੰਬੇ ਸਮੇਂ ਤੋਂ ਪਹਿਲਾਂ ਪੰਜਾਬ ਦੀ ਅਗਵਾਈ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਵੀ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਦਿੱਲੀ ਦੀਆਂ ਵਰੂਹਾਂ ਦੇ ਵੱਲ ਜਿਹੜਾ ਕੂਚ ਕੀਤਾ ਸੀ ਤੇ 26 ਨਵੰਬਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜੇ ਕਿਸਾਨ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਤੇ ਪ੍ਰੋਟੈਸਟ ਦੇ ਦੌਰਾਨ ਕਈ ਮੀਟਿੰਗਾਂ ਵੀ ਹੋਈਆਂ ਸਨ, ਪਰ ਉਹ ਉਸ ਮੀਟਿੰਗਾਂ ਜਿਹੜੀਆਂ ਬੇਸਿੱਟਾ ਰਹੀਆਂ ਤੇ ਹੁਣ ਕਰੋਨਾ ਦੇ ਕਾਲ ਦੇ ਵਿੱਚ ਵੀ ਲਗਾਤਾਰ ਜਿਹੜਾ ਦਬਾਅ ਆ ਉਹ ਕਿਸਾਨਾਂ ਤੇ ਕਿਤੇ ਨਾ ਕਿਤੇ ਬਣਾਇਆ ਜਾ ਰਿਹਾ ਤੇ ਉਸ ਸੰਬੰਧੀ ਬਿਆਨ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਕਿਹਾ ਕਿ ਜਿਹੜੀ ਵੀ ਸਰਕਾਰ ਹੈ, ਸਾਡੇ ਜਿਹੜੇ ਵੀ ਲੋਕ ਕਿਤੇ ਵੀ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਤੇ ਨਾਲ ਦੀ ਨਾਲ ਉਹ ਕਿਸੇ ਵੀ ਤਰ੍ਹਾਂ ਜਿਹੜੇ ਕਿਤੇ ਵੀ ਪ੍ਰੋਟੈਸਟ ਕੀਤਾ ਜਾ ਰਿਹਾ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਪ੍ਰੋਟੈਸਟ ਕੀਤਾ ਜਾ ਰਿਹਾ। ਦੱਸਦੀ ਹੈ ਕਿ ਲਗਾਤਾਰ ਕਿਸਾਨ ਨੇ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਨੇ ਤੇ ਭਾਵੇਂ ਪੰਜਾਬ ਦੀ ਗੱਲ ਹੋਵੇ, ਭਾਵੇਂ ਹਰਿਆਣੇ ਦੀ ਹੋਵੇ, ਭਾਵੇਂ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਗੱਲ ਹੋਵੇ, ਉਹ ਲਗਾਤਾਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ। ਉਹਨਾਂ ਸੰਬੰਧੀ ਅੱਜ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਕਿਹਾ ਕਿ ਜਿਹੜੇ ਕਿਤੇ ਵੀ ਕਿਸੇ ਵੀ ਥਾਂ ਤੇ ਕੋਈ ਵੀ ਪ੍ਰੋਟੈਸਟ ਹੈ ਜਿਹੜਾ ਕਿਸਾਨਾਂ ਦੇ ਸੰਬੰਧੀ ਕੀਤਾ ਜਾ ਰਿਹਾ ਉਹਨਾਂ ਦੀ ਦੇਖ ਰੇਖ ਦੀ ਸਾਡੀ ਜ਼ਿੰਮੇਵਾਰੀ ਹੈ ਤੇ ਜੇਕਰ ਸਰਕਾਰ ਉਹ ਹਰਿਆਣੇ ਦੀ ਹੋਵੇ ਭਾਵੇਂ ਪੰਜਾਬ ਦੀ ਹੋਵੇ, ਜੇਕਰ ਕੋਈ ਨੁਕਸਾਨ ਉਹਨਾਂ ਨੂੰ ਪਹੁੰਚਾਉਂਦੀ ਹੈ ਤਾਂ ਉਹ ਸਿੱਧਾ ਨੁਕਸਾਨ ਹੈ ਜਿਹੜਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੁਕਾਉਣਾ ਪੈ ਸਕਦਾ। ਉਹ ਭਾਵੇਂ ਸੂਬੇ ਦੀ ਕੈਪਟਨ ਸਰਕਾਰ ਹੀ ਕਿਉਂ ਨਾ ਹੋਵੇ। ਜਗਜੀਤ ਸਿੰਘ ਡੱਲੇਵਾਲ ਹੋਰੀ ਕੋਰੋਨਾ ਸੰਬੰਧੀ ਲਾਏ ਗਏ ਲਾਕਡਾਊਨ ਸੰਬੰਧੀ ਵੀ ਬਿਆਨ ਦੇ ਰਹੇ ਸਨ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਦੁਵਿਧਾ ਭਰਿਆ ਲਾਕਡਾਊਨ ਹੈ ਪੰਜਾਬ ਸਰਕਾਰ ਵੱਲੋਂ ਲਾਇਆ ਗਿਆ, ਜਿਸ ਦੇ ਕਾਰਨ ਜਿਹੜਾ ਲਾਕਡਾਊਨ ਲਾਇਆ ਗਿਆ ਉਸ ਦੇ ਕਾਰਨ ਗੰਭੀਰ ਜਿਹੜੀਆਂ ਸਮੱਸਿਆਵਾਂ ਲੋਕਾਂ ਨੂੰ ਦੇਖਣੀਆਂ ਪੈ ਰਹੀਆਂ ਨੇ, ਕਿਉਂਕਿ ਲੋਕ ਨੇ ਜਿਹੜੇ ਉਹ ਪਿਛਲੀ ਵਾਰ ਜਦ ਲਾਕਡਾਊਨ ਲੱਗਿਆ ਸੀ ਤਾਂ ਉਸ ਮੌਕੇ ਲੋਕਾਂ ਨੂੰ ਵੱਡੀ ਆਰਥਿਕ ਨੁਕਸਾਨ ਦਾ ਝੱਲਣਾ ਪਿਆ ਸੀ। ਇਸ ਦੌਰਾਨ ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਬਰਾੜ ਸਾਹਿਬ, ਲਾਈਵ ਟਾਕ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ ਤੁਹਾਡਾ। ਬਰਾੜ ਸਾਹਿਬ, ਸੂਬੇ ਦੇ ਵਿੱਚ ਲਾਕਡਾਊਨ ਲਾਇਆ ਗਿਆ, ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਕੱਲ ਦੁਕਾਨਦਾਰਾਂ ਨੇ ਵੀ ਤੇ ਵਪਾਰੀਆਂ ਨੇ ਵੀ ਪ੍ਰੋਟੈਸਟ ਕੀਤਾ ਸੀ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਇੱਕ ਗੱਲ ਹੈ ਕਿ ਇਹ ਜਿਹੜਾ ਪਾਰਟਲੀ ਲਾਕਡਾਊਨ ਲਾਉਣਾ ਇਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬੜਾ ਵੱਡਾ ਰੋਸ ਜਿਹੜਾ ਇਹ ਪੈਦਾ ਹੁੰਦਾ ਜਾ ਰਿਹਾ ਹੈ। ਦੇਖੋ, ਸਰਕਾਰ ਨੂੰ ਠੇਕਾ ਤਾਂ ਹਰੇਕ ਖੋਲਣ ਦੀ ਜ਼ਰੂਰਤ ਪੈ ਰਹੀ ਹੈ ਜਿੱਥੋਂ ਖੁਦ ਕਮਾਈ ਕਰਨੀ ਹੈ, ਤੇ ਜਿੱਥੇ ਰੇਹੜੀ ਵਾਲੇ ਨੇ ਸਬਜ਼ੀ ਵੇਚਣੀ ਹੈ ਉੱਥੇ ਆਪਦੀ ਪੁਲਿਸ ਭੇਜ ਕੇ, ਤੁਸੀਂ ਦੇਖਿਆ ਹੋਣਾ ਅੱਜ ਵੀਡੀਓ ਵਾਇਰਲ ਹੋ ਰਹੀਆਂ ਕਿਵੇਂ ਥਾਣੇਦਾਰ ਸਬਜ਼ੀਆਂ ਨੂੰ ਮੁੱਧੀਆਂ ਮਾਰਦੇ ਫਿਰਦੇ ਆ, ਲੱਤਾਂ ਮਾਰਦੇ ਫਿਰਦੇ ਆ। ਤੇ ਜਾਂ ਜਿਹੜੇ ਛੋਟੇ-ਮੋਟੇ ਵਪਾਰੀ ਨੇ, ਭਾਵੇਂ ਕੋਈ ਰੇਹੜੀ ਤੇ ਕੋਈ ਚੀਜ਼ ਵੇਚਦਾ ਜਾਂ ਕੋਈ ਫੜੀ ਲਾ ਕੇ ਕੋਈ ਆਪਦਾ ਕੰਮ ਕਰਦਾ, ਤੇ ਉਹਨਾਂ ਦੇ ਕਾਰੋਬਾਰ ਬੰਦ ਨੇ। ਇਸ ਕਰਕੇ ਸਰਕਾਰ ਨੂੰ ਲਾਕਡਾਊਨ ਜੇ ਕੋਈ ਲਾਉਣਾ ਹੈ ਤਾਂ ਤਰਕਸੰਗਤ ਕਰਨਾ ਚਾਹੀਦਾ ਹੈ। ਜੇ ਲਾਕਡਾਊਨ ਲਾਉਣਾ ਤਾਂ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੀਆਂ ਪਹਿਲਾਂ ਹੀ ਕਮਾਈਆਂ ਨਹੀਂ ਹੈਗੀਆਂ, ਬੁਰੇ ਹਾਲ ਹੋਏ ਪਏ ਆ, ਉਹਨਾਂ ਨੂੰ ਜਾਂ ਤੱਕ ਉਹਨਾਂ ਦੇ ਖਾਣੇ ਪਾਣੀ ਦਾ ਜਾਂ ਕੋਈ ਲੋੜੀਂਦੇ ਪੈਸਿਆਂ ਦਾ ਇੰਤਜ਼ਾਮ ਖਾਤਿਆਂ ਦੇ ਵਿੱਚ ਪਾਵੇ ਤੇ ਫਿਰ ਲਾਕਡਾਊਨ ਕਰੇ। ਤੇ ਜੇ ਸਿਰਫ ਤੇ ਸਿਰਫ ਇੱਕ ਤਾਨਾਸ਼ਾਹੀ ਤਰੀਕੇ ਦੇ ਨਾਲ ਤੁਸੀਂ ਜਦੋਂ ਜੀ ਕਰਦਾ ਬੰਦ ਕਰ ਦਿਓ ਤਾਂ ਉਸ ਚੀਜ਼ ਦਾ ਮੇਰਾ ਖਿਆਲ ਹੈ ਕਿ ਬਹੁਤ ਵੱਡਾ ਰੋਸ ਲੋਕਾਂ ਦੇ ਵਿੱਚ ਫੈਲ ਰਿਹਾ। ਸਰਕਾਰਾਂ ਦੇ ਸਭ ਤੋਂ ਪਹਿਲਾਂ ਕਰਨ ਵਾਲੇ ਕੰਮ ਹੈਗੇ ਕਿ ਬੈਂਕਾਂ ਦੀਆਂ ਕਿਸ਼ਤਾਂ ਪਿੱਛੇ ਪਾਉਣ, ਬਿਜਲੀ ਪਾਣੀ ਦੇ ਬਿੱਲ ਪਿੱਛੇ ਪਾਉਣ, ਪ੍ਰਾਪਰਟੀ ਟੈਕਸ ਜਾਂ ਕੋਈ ਸਰਕਾਰ ਦੀ ਹੋਰ ਦੇਣਦਾਰੀ ਹੈ ਉਹ ਪਿੱਛੇ ਪਾਉਣ, ਤਾਂ ਫਿਰ ਲੋਕ ਸ਼ਾਇਦ ਥੋੜੇ ਬਹੁਤੇ ਤਿਆਰ ਹੋ ਜਾਂਦੇ ਕਿ ਸਰਕਾਰ ਵੀ ਹੱਥ ਵਧਾ ਰਹੀ ਹੈ ਤੇ ਅਸੀਂ ਵੀ ਵਧਾਈਏ। ਪਰ ਸਰਕਾਰ ਆਪਦੀ ਕਮਾਈ ਤੇ ਕਿਸੇ ਪਾਸੇ ਬੰਦ ਜਾਂ ਰੋਕਣ ਦੇ ਮੂਡ 'ਚ ਨਹੀਂ ਹੈ ਤੇ ਲੋਕਾਂ ਨੂੰ ਭੁੱਖੇ ਮਰਨ ਲਈ ਜਿਹੜਾ ਹੈਗਾ ਉਹ ਬੰਨ ਰਹੀ ਹੈ। ਇਸ ਕਰਕੇ ਸਰਕਾਰ ਨੂੰ ਬਕਾਇਦਾ ਸਾਰੇ ਲੋਕਾਂ, ਵਪਾਰੀਆਂ ਨਾਲ, ਪੋਲੀਟੀਕਲ ਪਾਰਟੀਆਂ ਨਾਲ ਤੇ ਸਾਰਿਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੋਈ ਫੈਸਲਾ ਲੈਣਾ ਚਾਹੀਦਾ।
ਅੱਛਾ ਬਰਾੜ ਸਾਹਿਬ, ਅਕਾਲੀ ਦਲ ਜਿਹੜਾ ਲੋਕਾਂ ਨੂੰ ਭਟਕਾ ਰਿਹਾ, ਇਹ ਰਾਜਕੁਮਾਰ ਵੇਰਕਾ ਹੋਰਾਂ ਦਾ ਬਿਆਨ ਹੈ, ਅਸੀਂ ਹੁਣੇ ਸੁਣਾ ਵੀ ਚੁੱਕੇ ਹਾਂ ਆਪਣੇ ਦਰਸ਼ਕਾਂ ਨੂੰ। ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਅਕਾਲੀ ਦਲ ਆਮ ਲੋਕਾਂ ਨੂੰ ਭਟਕਾ ਰਿਹਾ ਤਾਂ ਜੋ ਕਰੋਨਾ ਜਿਹੜਾ ਉਹ ਫੈਲ ਸਕੇ, ਉਹ ਤੁਹਾਡੇ ਤੇ ਇਲਜ਼ਾਮ ਲਾ ਰਿਹਾ ਜੀ। ਦੇਖੋ ਇੱਕ ਗੱਲ ਹੈ, ਅਸੀਂ ਤੇ ਕਿਤੇ ਜਾ ਕੇ ਕੋਈ ਰੋਸ ਮੁਜ਼ਾਹਰੇ ਦੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਨਹੀਂ ਹੋਏ, ਪਰ ਆਮ ਜਨਤਾ ਜਿਹੜੀ ਹੈ ਸੜਕਾਂ ਤੇ ਆ ਰਹੀ ਹੈ, ਜਿਸ ਕਿਸਮ ਦਾ ਰੋਸ ਹੈ ਤੁਹਾਡੇ ਕੈਮਰੇ ਮੀਡੀਆ ਉਹ ਲੋਕਾਂ ਦੇ ਵਿੱਚ ਦਿਖਾ ਰਿਹਾ ਤੇ ਇਹ ਹੁਣ ਜੇ ਆਪਣੇ ਆਪ ਨੂੰ ਸੁਰਖਰੂ ਕਰਨ ਦੇ ਲਈ ਵਿਰੋਧੀ ਧਿਰ ਦੇ ਉੱਤੇ ਕੋਈ ਗੱਲ ਸੁੱਟਣੀ ਇਹਨਾਂ ਨੂੰ ਬੜੀ ਵਾਜਬ ਲੱਗਦੀ ਹੈ। ਪਰ ਮੈਂ ਤਾਂ ਇੱਕ ਗੱਲ ਕਹੂੰਗਾ, ਸਾਡੇ ਤੇ ਸੁੱਟ ਲੈਣ, ਅਸੀਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਠਾਉਣੀ ਔਰ ਲੋਕਾਂ ਦੇ ਨਾਲ ਖੜਾਂਗੇ। ਇਸ ਕਰਕੇ ਸਰਕਾਰ ਨੂੰ ਚੰਗਾ ਲੱਗਦਾ ਬੁਰਾ ਲੱਗੇ ਉਹਦੇ ਤੇ ਸਾਨੂੰ ਕੀ ਫਰਕ ਪੈਣ ਲੱਗਾ। ਅੱਛਾ ਬਰਾੜ ਸਾਹਿਬ, ਇੱਕ ਤੁਸੀਂ ਬੀਤੇ ਦਿਨੀ ਲਾਈਵ ਪਾਇਆ ਸੀ ਜੋਗਾ ਸਿੰਘ ਜਿਹੜੇ ਨੇ ਉਹਨਾਂ ਦੇ ਸੰਬੰਧੀ, ਉਸ ਵਿੱਚ ਤੁਸੀਂ ਕਹਿੰਦੇ ਸੀ ਕਿ ਜਿਹੜੀ 2009 ਦੇ ਵਿੱਚ ਉਹਨਾਂ ਦੀ ਇੱਕ ਕਿਸੇ ਘਟਨਾ ਕਾਰਨ ਪੱਗ ਲਾਈ ਗਈ ਸੀ, ਉਸ ਦਾ ਜਵਾਬ ਦਿੰਦੇ ਹੋਏ ਅੱਜ ਉਹਨਾਂ ਨੇ ਕਿਹਾ ਕਿ ਜਿਹੜੀ ਪੱਗ ਹੈ ਉਹ ਤਾਂ ਸਿੱਖਾਂ ਦੀ ਰਾਖੀ ਵਾਸਤੇ ਹੈ। ਉਹ ਜਿਹੜੀ ਘਟਨਾ ਸੀ ਉਹ ਜਿਹੜਾ ਹੁਣ ਸ਼੍ਰੋਮਣੀ ਅਕਾਲੀ ਦਲ ਹੈ, ਕਿਤੇ ਤਾਂ ਪੱਗਾਂ ਦੀ ਰਾਖੀ ਰੱਖਣ ਵਾਲਾ ਅਕਾਲੀ ਦਲ ਸੀ ਤੇ ਹੁਣ ਜਿਹੜਾ ਅਕਾਲੀ ਦਲ ਹੈ ਉਹ ਪੱਗਾਂ ਲਾਉਣ ਵਾਲਾ ਹੋ ਗਿਆ ਜੀ। ਇਹ ਜੋਗਾ ਸਿੰਘ ਹੋਰਾਂ ਨੇ ਕਿਹਾ ਜੀ। ਦੇਖੋ ਮੈਂ ਜੋ ਕੁਝ ਕਹਿਣਾ ਸੀ ਕਿ ਮੈਂ ਕਹਿ ਚੁੱਕਿਆ। ਮੈਂ ਇਹੋ ਜਿਹੇ ਬਹੁਤ ਨੀਵੇਂ ਪੱਧਰ ਤੇ ਗੱਲਾਂ ਕਰਨ ਵਾਲੇ ਲੋਕਾਂ ਦਾ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਜੀ। ਇੱਕ ਗੱਲ ਹੋਰ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਦੀਪ ਸਿੱਧੂ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਆ, ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜੀ ਅਜਿਹਾ? ਕਿਹਦੀ ਗੱਲ ਕਰ ਰਹੇ ਹੋ ਜੀ? ਮੈਨੂੰ ਜੀ ਦੀਪ ਸਿੱਧੂ ਦੀ ਜੀ। ਦੇਖੋ ਪਾਰਟੀ ਦੇ ਵਿੱਚ ਕੋਈ ਵੀ ਜੇ ਪਾਰਟੀ ਦੇ ਸੰਵਿਧਾਨ ਨੂੰ ਜਾਂ ਪਾਰਟੀ ਦੀਆਂ ਨੀਤੀਆਂ ਨੂੰ ਮੰਨ ਕੇ ਕੋਈ ਆਉਣਾ ਚਾਹੁੰਦਾ ਹੈ ਤੇ ਉਹਦੇ 'ਚ ਕੀ ਇਤਰਾਜ਼ ਹੋ ਸਕਦਾ? ਪਰ ਮੈਨੂੰ ਹਲੇ ਤੱਕ ਇਹਦੇ ਬਾਰੇ ਕੋਈ ਗਿਆਨ ਨਹੀਂ ਹੈ। ਮੈਂ ਤਾਂ ਤੁਹਾਡੇ ਤੋਂ ਹੀ ਸੁਣ ਰਿਹਾ। ਅਗਰ ਕੋਈ ਪਾਰਟੀ ਕੋਲੇ ਪ੍ਰਪੋਜ਼ਲ ਆਊਗੀ ਜਾਂ ਕੋਈ ਐਸੀ ਗੱਲ ਆਊਗੀ ਤਾਂ ਫਿਰ ਤੁਹਾਨੂੰ ਜ਼ਰੂਰ ਦੱਸਿਆ ਜਾਵੇਗਾ। ਅੱਛਾ ਜੀ, ਇੱਕ ਹੋਰ, ਜਿਵੇਂ 2017 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਸੀ ਉਸ ਦੇ ਵਿੱਚ ਤੁਹਾਡੀ ਪਾਰਟੀ ਦੀ ਹਾਰ ਦੀ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਬੇਅਦਬੀ। 2022 ਦੇ ਵਿੱਚ ਜਦ ਇਲੈਕਸ਼ਨ ਹੋਏਗੀ, ਚੋਣ ਮੈਦਾਨ ਦੇ ਵਿੱਚ ਹੋਵੋਗੇ ਤਾਂ ਕੀ ਅਜਿਹਾ ਕਰੋਗੇ ਕਿ ਜਿਹੜੇ ਲੋਕ ਨੇ ਉਹ ਬੇਅਦਬੀ ਵਾਲਾ ਜਿਹੜਾ ਮੁੱਦਾ ਹੈ ਉਸ ਨੂੰ ਭੁਲਾ ਕੇ ਤੁਹਾਡੀ ਪਾਰਟੀ ਦੇ ਨਾਲ ਖੜੇ ਹੋ ਸਕਣ? ਪਹਿਲੀ ਗੱਲ ਤਾਂ ਤੁਹਾਡਾ ਸਵਾਲ ਮੇਰਾ ਖਿਆਲ ਹੈ ਕਿ ਇਹ ਠੀਕ ਨਹੀਂ ਹੈ ਜੀ। ਕੋਈ ਬੇਅਦਬੀ ਅਸੀਂ ਥੋੜੀ ਨਾ ਕੀਤੀ ਹੈ ਕਿ ਭੁਲਾ ਕੇ ਵਾਲੀ ਗੱਲ ਹੈ। ਬੇਅਦਬੀਆਂ ਅੱਜ ਦੀ ਸਰਕਾਰ 124 ਕੇ 27 ਹੋ ਚੁੱਕੀਆਂ ਤੇ ਸਾਡੇ ਲਈ ਵੈਸੇ ਹੀ ਸ਼ਰਮ ਵਾਲੀ ਗੱਲ ਹੈ। ਔਰ ਲੋਕਾਂ ਨੂੰ ਇਲੈਕਸ਼ਨ ਕੋਈ ਮੁੱਦਾ ਬੇਅਦਬੀ ਜਾਂ ਕੋਈ ਇਸ ਕਿਸਮ ਦਾ ਨਹੀਂ ਹੋਣਾ ਚਾਹੀਦਾ। ਮੈਂ ਇੱਕ ਬੇਨਤੀ ਕਰਦਿਆਂ, ਹਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੈਂ 100 ਦਿਨ 'ਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗਾ। ਉਹ ਦੋ ਬੇਅਦਬੀਆਂ ਹੋ ਗਈਆਂ, ਇੱਕ ਤਾਂ ਵਾਅਦੇ ਤੋਂ ਮੁੱਕਰ ਗਏ, ਇੱਕ ਗੁਟਕਾ ਸਾਹਿਬ ਹੱਥ 'ਚ ਫੜਿਆ ਸੀਗਾ। ਉਹ ਨਾ ਦੋਸ਼ੀ ਅੰਦਰ ਫੜ ਕੇ ਦਿੱਤੇ ਤੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੁੱਕ ਕੇ ਉਲਟਾ ਹੋਰ ਬੇਅਦਬੀ ਕਰਤੀ। ਇਸ ਕਰਕੇ ਲੋਕ ਸਰਕਾਰ ਤੋਂ ਜ਼ਰੂਰ ਜਵਾਬ ਮੰਗਣਗੇ ਇਸ ਚੀਜ਼ ਦਾ, ਪਰ ਅਸੀਂ ਕੋਈ ਇਹਨੂੰ ਇਲੈਕਸ਼ਨ ਮੁੱਦਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ, ਸਾਡੇ ਗੁਰੂ ਸਾਹਿਬ ਦੀ ਕੋਈ ਬੇਇੱਜ਼ਤੀ ਬਦਨਾਮੀ ਜਾਂ ਸਾਡੇ ਪੰਥ ਦੀ ਬਦਨਾਮੀ ਹੋਈ ਹੋਵੇ ਉਹਨੂੰ ਅਸੀਂ ਕੋਈ ਮੁੱਦਾ ਨਹੀਂ ਬਣਾਵਾਂਗੇ। ਅਸੀਂ ਤਾਂ ਸਰਕਾਰ ਦੇ ਫੇਲੀਅਰ ਹੋਰ ਬੜੇ ਹੈਗੇ ਆ, ਨਾ ਕੋਈ ਪੂਰਨ ਕਰਜ਼ਾ ਮਾਫੀ ਹੋਈ, ਨਾ ਘਰ ਘਰ ਨੌਕਰੀ ਦਿੱਤੀ ਗਈ, ਨਾ 2500 ਪੈਨਸ਼ਨ ਹੋਈ, 51,000 ਸ਼ਗਨ ਹੋਇਆ। TADA ਤਾਂ ਦੇਣਾ ਦੂਰ ਦੀ ਗੱਲ, ਹੁਣ 6ਵਾਂ ਪੇ ਕਮਿਸ਼ਨ ਅਖੀਰਲੇ ਮਹੀਨਿਆਂ 'ਚ ਲਾਗੂ ਕਰਨ ਦੀ ਗੱਲ ਕਰ ਰਹੇ ਹੈ। ਸਮਾਰਟਫੋਨ ਤੱਕ ਨਹੀਂ ਦਿੱਤੇ। ਮਤਲਬ ਸਰਕਾਰ ਨੇ ਚੌਤਰਫਾ ਫੇਲ। ਅੱਜ ਸੈਂਕੜੇ ਮੌਤਾਂ ਹੋ ਰਹੀਆਂ ਪੰਜਾਬ ਦੇ ਵਿੱਚ। ਜਿਹੜੇ ਵੈਂਟੀਲੇਟਰ ਸਰਕਾਰ ਨੂੰ ਦਿੱਤੇ ਸੀ, ਭਾਵੇਂ ਲੋਕਾਂ ਨੇ ਦਿੱਤੇ ਜਾਂ ਕੇਂਦਰ ਨੇ ਦਿੱਤੇ, ਉਹਨਾਂ ਦੇ ਲਈ ਇਹ ਬੰਦੇ ਵੀ ਨਹੀਂ ਰੱਖ ਸਕੇ। ਸਰਕਾਰ ਦੇ ਹੋਰ ਬੜੇ ਫੇਲੀਅਰ ਹੈ। ਅਸੀਂ ਉਹਨਾਂ ਦੇ ਉਸ ਮੁੱਦਿਆਂ ਦੇ ਆਧਾਰ ਤੇ ਇਲੈਕਸ਼ਨ ਲੜਾਂਗੇ। ਅੱਛਾ, ਜਿਵੇਂ ਜਿਹੜੇ ਸਰਕਾਰ ਦੇ ਫੇਲੀਅਰ ਆ ਉਹ ਤਾਂ ਕਹਿੰਦੇ ਆ ਕਿ ਜਿਹੜੇ ਫੇਲੀਅਰ ਆ ਉਹ ਕੈਪਟਨ ਜਿਹੜੀ ਸਾਡਾ ਖਜ਼ਾਨਾ ਖਾਲੀ ਹੈ ਜੇ ਮਨਪ੍ਰੀਤ ਸਿੰਘ ਬਾਦਲ ਹੋਰੀ ਹੋਣ, ਅਤੇ ਉਹ ਕਹਿੰਦੇ ਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਸੀ ਤਾਂ ਉਹਨਾਂ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਕਾਰਨ ਅਸੀਂ ਪੰਜਾਬ ਨੂੰ ਦੁਬਾਰਾ ਲੀਹਾਂ ਤੇ ਹਲ ਤੱਕ ਲਿਆ ਨਹੀਂ ਸਕੇ, ਇਸ ਕਾਰਨ ਸਾਨੂੰ ਸਮਾਂ ਲੱਗ ਰਿਹਾ ਜੀ, ਕਾਂਗਰਸ ਵਾਲੇ ਕਹਿੰਦੇ ਆ। ਜਦੋਂ ਮੈਨੂੰ ਲੱਗਦਾ ਕਿ ਖਜ਼ਾਨਾ ਖਾਲੀ ਜਾਂ ਇਹ ਬਹਾਨਾ ਲਾਉਂਦੇ ਤੇ ਕਾਂਗਰਸੀਆਂ ਦਾ ਡਾਕਟਰ ਮਨਮੋਹਨ ਸਿੰਘ ਨੂੰ ਗਾਲ ਦੇਣ ਦੇ ਬਰਾਬਰ ਹੈ। ਡਾਕਟਰ ਮਨਮੋਹਨ ਸਿੰਘ ਤੋਂ ਜਾਰੀ ਕਰਵਾਇਆ ਹੁਣ ਦੇ ਮੌਜੂਦਾ ਦੇ ਵਿੱਤ ਮੰਤਰੀ ਔਰ ਪੁਰਾਣੇ ਸਮੇਂ 'ਚ ਰਹੇ ਵਿੱਤ ਮੰਤਰੀ ਨੇ ਇਹ ਮੈਨੀਫੈਸਟੋ ਬਣਾਇਆ ਤੇ ਹਰ ਸਾਲ ਖਜ਼ਾਨੇ ਦੀ ਸਥਿਤੀ ਦਾ ਬਜਟ ਪੇਸ਼ ਹੁੰਦਾ ਤੇ ਹਰ ਜਿਹੜੇ ਚੰਗਾ ਪੋਲੀਟੀਸ਼ੀਅਨ ਹੈ, ਪੜ੍ਹਨ ਲਿਖਣ ਦੀ ਥੋੜੀ ਬਹੁਤੀ ਰੱਖਦਾ ਹੈ ਰੁਚੀ, ਤਾਂ ਉਹਦੇ ਕੋਲ ਹਰੇਕ ਸਾਲ ਦਾ ਬਜਟ ਹੁੰਦਾ। ਤੇ ਜੇ ਆਖਣ ਸਾਨੂੰ ਪਤਾ ਨਹੀਂ ਸੀ ਤੇ ਫਿਰ ਇਹੋ ਜਿਹੇ ਲੋਕਾਂ ਨੂੰ ਤਾਂ ਸਰਕਾਰ 'ਚ ਰਹਿਣ ਦਾ ਹੀ ਹੱਕ ਨਹੀਂ। ਹਰ ਸਾਲ ਦਾ ਬਜਟ ਪੇਸ਼ ਹੁੰਦਾ, ਉਹਦੇ 'ਚ ਕਰਜ਼ਾ ਕਿੰਨਾ ਹੈ, ਦੇਣਦਾਰੀ ਕਿੰਨੀ ਹੈ, ਹਰ ਸਾਲ ਉਸ ਬਜਟ ਦੇ ਵਿੱਚ ਪੇਸ਼ ਹੁੰਦਾ। ਤੇ ਫਿਰ ਜੇ ਇੰਨੇ ਅਨਪੜ੍ਹ ਤੇ ਇਹ ਇਹਨਾਂ ਨੂੰ ਪਤਾ ਨਹੀਂ ਹੈ ਤੇ ਫਿਰ ਤਾਂ ਇਹਨਾਂ ਨੂੰ ਸਰਕਾਰ 'ਚ ਰਹਿਣ ਦਾ ਹੀ ਹੱਕ ਨਹੀਂ। ਹਾਂ, ਮੈਂ ਇੱਕ ਗੱਲ ਦੱਸ ਦਿੰਦਾ
ਕਿ ਜਿੰਨਾ ਸਾਡੀ ਸਰਕਾਰ ਤੱਕ 84 ਤੋਂ ਬਾਅਦ ਤੇ ਸਾਡੀ ਸਰਕਾਰ ਤੇ ਕਰਜ਼ਾ ਚੜਿਆ ਸੀਗਾ, ਲਗਭਗ ਉਹਨਾਂ ਕਰਜ਼ਾ ਕੈਪਟਨ ਅਮਰਿੰਦਰ ਸਿੰਘ 5 ਸਾਲਾਂ 'ਚ ਲੈ ਕੇ ਜਿਹੜਾ ਹੈਗਾ ਪੰਜਾਬ ਤੇ ਚੜਾ ਕੇ ਜਾਣਗੇ। ਇੰਨਾ ਕੁ ਮੈਂ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੱਸ ਦਿੰਦਾ ਕਿ ਜੇ ਉਹਨਾਂ ਕਰਜ਼ਾ ਲੈਣ ਦੇ ਬਾਵਜੂਦ ਵੀ ਲੋਕਾਂ ਦੀਆਂ ਇੱਛਾਵਾਂ ਨਹੀਂ ਪੂਰੀਆਂ ਕਰਦੇ ਜਾਂ ਵਾਅਦੇ ਨਹੀਂ ਪੂਰੇ ਕਰਦੇ, ਤਾਂ ਉਹਦਾ ਮਤਲਬ ਇੱਕੋ ਇੱਕ ਹੈ ਕਿ ਜੋ ਖਜ਼ਾਨੇ ਦੇ ਵਿੱਚ ਕਮਾਈ ਆਉਣੀ ਸੀ ਉਹ ਸਿੱਧੀ ਕਾਂਗਰਸੀਆਂ ਦੇ ਘਰਾਂ 'ਚ ਜਾ ਰਹੀ ਹੈ, ਖਜ਼ਾਨੇ 'ਚ ਨਹੀਂ ਜਾ ਰਹੀ। ਭਾਵੇਂ ਉਹ ਮਾਈਨਿੰਗ ਦੀ ਗੱਲ ਹੋਵੇ, ਭਾਵੇਂ ਐਕਸਾਈਜ਼ ਦੇ ਵਿੱਚ 5600 ਕਰੋੜ ਦਾ ਘਪਲਾ ਹੋਵੇ, ਭਾਵੇਂ ਬੀਜਾਂ ਦਾ ਘਪਲਾ ਹੋਵੇ, ਭਾਵੇਂ ਹੋਰ ਕਈ ਕਿਸਮ ਦੇ ਘਪਲੇ ਜਿੰਨੇ ਵੀ ਸਾਹਮਣੇ ਆਏ ਆ, ਤਾਂ ਜਦੋਂ ਖਜ਼ਾਨੇ 'ਚ ਪੈਸਾ ਜਾਣਾ ਹੀ ਨਹੀਂਗਾ। ਮਾਈਨਿੰਗ ਮਾਫੀਆ ਸਾਨੂੰ ਦੱਸਦੇ ਸੀ, ਹੁਣ ਮਾਈਨਿੰਗ ਦੇ ਤਾਂ ਕਿੰਗ ਬਣੇ ਬੈਠੇ ਆ। ਇਹ 3 ਖੱਡਾਂ ਦਾ ਸਰਵੇ NGT ਜਿਹੜਾ ਗ੍ਰੀਨ ਟ੍ਰਿਬਿਊਨਲ ਆ ਉਹਨਾਂ ਨੇ ਕੀਤਾ, 3 ਖੱਡਾਂ ਦਾ 1 ਸਾਲ ਦਾ 643 ਕਰੋੜ ਦੀ ਨਜਾਇਜ਼ ਮਾਈਨਿੰਗ ਇਹਨਾਂ ਨੇ ਕੀਤੀ ਇਹਨਾਂ ਦੀ ਸਰਕਾਰ 'ਚ। ਤੇ ਸਾਰੇ 4 ਸਾਲਾਂ 'ਚ ਤੁਸੀਂ ਦੇਖ ਲਓ, ਸਾਡੇ ਵੇਲੇ 30 ਰੁਪਏ ਕੁਇੰਟਲ ਰੇਤਾ ਸੀ, ਅੱਜ 95 ਰੁਪਏ ਕੁਇੰਟਲ ਜਾਂ 90 ਰੁਪਏ ਵਿਕ ਰਿਹਾ। 3 ਗੁਣਾ ਰੇਟ ਹੋਏ ਪਏ, ਕਮਾਈ ਉਲਟਾ ਘਟ ਰਹੀ ਹੈ। ਇਸ ਕਰਕੇ ਖਜ਼ਾਨਾ ਬਾਹਰੋਂ ਬਾਹਰ ਲੁੱਟਿਆ ਜਾ ਰਿਹਾ, ਇਸ ਕਰਕੇ ਵਾਅਦੇ ਜਿਹੜੇ ਆ ਪੂਰੇ ਨਹੀਂ ਕਰ ਸਕੇ। ਅੱਛਾ, ਇੱਕ ਹੋਰ ਪੰਜਾਬ ਸਰਕਾਰ ਨੇ ਜਿਹੜਾ ਐਲਾਨ ਕੀਤਾ ਸੀ ਕਿ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਫ੍ਰੀ ਸਫ਼ਰ ਕਰ ਸਕਦੀਆਂ ਨੇ, ਤੇ ਬਾਅਦ ਦੇ ਵਿੱਚ ਤੁਹਾਡੀ ਪਾਰਟੀ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਗਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਕਾਰਨ ਇਹ ਐਲਾਨ ਕੀਤਾ ਗਿਆ। ਦੂਸਰੇ ਪਾਸੇ ਜਿਹੜਾ PRTC ਨੂੰ ਵੱਡਾ ਘਾਟਾ ਪੈ ਰਿਹਾ ਜੀ, ਉਸ ਦੇ ਕਾਰਨ ਜੇਕਰ ਤੁਸੀਂ 2022 ਦੇ ਵਿੱਚ ਆਉਂਦੇ ਹੋ ਤਾਂ ਉਸ ਨੂੰ ਜਾਰੀ ਰੱਖੋਗੇ ਜਾਂ ਫਿਰ ਇਸ ਨੂੰ ਬੰਦ ਕਰ ਦੋਗੇ ਜੀ? ਜਿਹੜੀ ਉਹਨਾਂ ਦੀ ਕਾਲ ਹੈ ਉਹ ਡਿਸਕਨੈਕਟ ਹੋ ਗਈ ਹੈ। ਚਰਨਜੀਤ ਸਿੰਘ ਬਰਾੜ ਸਨ ਸਾਡੇ ਨਾਲ ਜੁੜੇ ਹੋਏ, ਜਿਨ੍ਹਾਂ ਨੇ ਕਈ ਮੁੱਦਿਆਂ ਤੇ ਜਿਹੜੀ ਕੈਪਟਨ ਸਰਕਾਰ ਨੂੰ ਘੇਰਿਆ, ਤੇ ਨਾਲ ਦੀ ਨਾਲ ਹੁਣ ਗੱਲ ਹੈ ਜਿਹੜੀ ਉਹ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਕਰ ਲੈਂਦੇ ਆ। ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਉਹਨਾਂ ਨੇ ਕੈਪਟਨ ਸਰਕਾਰ ਵੱਲੋਂ ਲਾਏ ਗਏ ਲੋਕਡਾਊਨ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਆ, ਤੇ ਨਾਲ ਦੀ ਨਾਲ ਜਿਹੜੇ ਲੋਕਡਾਊਨ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਸੰਬੰਧੀ ਵੀ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ। ਤੇ ਨਾਲ ਦੀ ਨਾਲ ਕਈ ਇਲਜ਼ਾਮ ਨੇ ਜਿਹੜੇ ਉਹ ਕੈਪਟਨ ਸਰਕਾਰ ਉੱਤੇ ਲਾਏ ਆ, ਤੇ ਜਿਹੜੇ ਜਿਹੜੀ ਕਈ ਥਾਵਾਂ ਤੋਂ ਇਹ ਵੀ ਦੱਸਦੇ ਕਿ ਬੀਤੇ ਦਿਨ ਹੀ ਕੈਪਟਨ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ, ਜਿਸ ਦੇ ਵਿੱਚ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਹੜੇ ਟੂਲ ਪਲਾਜ਼ਿਆਂ ਤੇ ਜਾਂ ਪੈਟਰੋਲ ਪੰਪਾਂ ਤੇ ਜਿੰਨੇ ਵੀ ਲੋਕ ਬੈਠੇ ਨੇ ਉਹਨਾਂ ਨੂੰ ਉੱਠ ਜਾਣਾ ਚਾਹੀਦਾ, ਕਿਉਂਕਿ ਕਰੋਨਾ ਦੀ ਜਿਹੜੀ ਮਹਾਮਾਰੀ ਆ ਉਹ ਲਗਾਤਾਰ ਵੱਧਦੀ ਹੋਈ ਜਾ ਰਹੀ ਹੈ। ਪਰ ਜਿਹੜਾ ਲਗਾਤਾਰ ਧਰਨਾ ਪ੍ਰਦਰਸ਼ਨ ਨੇ ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਨੇ, ਤੇ ਹੁਣ ਜਿਹੜੇ ਕਿਸਾਨ ਆਗੂ ਨੇ ਡੱਲੇਵਾਲ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੈ ਉਹਨਾਂ ਨੂੰ ਆਉਂਦੀ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਬਾਕੀ ਉਹਨਾਂ ਹੋਰ ਕੀ ਕੁਝ ਕਿਹਾ ਤੁਹਾਨੂੰ ਉਹ ਸੁਣਾ ਦਿੰਦੇ ਆ। ਪਿਛਲੀ ਵਾਰੀ ਵੀ ਜਦੋਂ ਲਾਕਡਾਊਨ ਲਾਇਆ ਸਰਕਾਰ ਨੇ, ਔਰ ਸਰਕਾਰ ਦੇ ਕੋਲੋਂ ਕੋਈ ਪ੍ਰਬੰਧ ਨਹੀਂ ਹੋਏ, ਅਖੀਰ ਨੂੰ ਵਿਚਾਰੇ ਮਜ਼ਦੂਰਾਂ ਨੂੰ, ਭੁੱਖੇ ਮਰਦੇ ਮਜ਼ਦੂਰਾਂ ਨੂੰ ਬੇਵੱਸ ਹੋ ਕੇ, ਬੇਪਰਵਾਹ ਹੋ ਕੇ ਉਹ ਲਾਕਡਾਊਨ ਤੋੜ ਕੇ ਤੇ ਆਪਣੀਆਂ ਸਟੇਟਾਂ ਨੂੰ ਜਾਣਾ ਪਿਆ। ਅੱਜ ਉਹੀ ਕੁਝ ਫੇਰ ਹੋ ਰਿਹਾ ਹੈ। ਸਾਡੀਆਂ ਸਰਕਾਰਾਂ ਲਾਕਡਾਊਨ ਦਾ ਐਲਾਨ ਕਰੀ ਜਾਂਦੀਆਂ ਸਿਰਫ ਡੰਡੇ ਦੇ ਜ਼ੋਰ ਤੇ, ਕਿ ਲੋਕਾਂ ਨੂੰ ਡੰਡੇ ਬਰਸਾ ਕੇ ਸ਼ਾਇਦ ਲਾਕਡਾਊਨ ਅਸੀਂ ਕਾਮਯਾਬ ਕਰ ਲਾਂਗੇ। ਅੱਜ ਇੱਥੇ ਬੈਠਿਆਂ ਨੂੰ ਸਾਨੂੰ ਪਤਾ ਲੱਗਿਆ ਕਿ 4-5 ਸ਼ਹਿਰਾਂ ਦੇ ਵਿੱਚ ਲੋਕਾਂ ਨੇ ਇਸ ਲਾਕਡਾਊਨ ਦਾ ਵਿਰੋਧ ਕੀਤਾ, ਔਰ ਵੱਡੇ ਪੱਧਰ ਦੇ ਉੱਤੇ ਲੋਕ ਬਾਹਰ ਨਿਕਲੇ ਆ, ਸੜਕਾਂ ਤੇ ਆਏ ਆ। ਅਸੀਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਲਾਕਡਾਊਨ ਕਰਨ ਤੋਂ ਪਹਿਲਾਂ, ਲਾਕਡਾਊਨ ਲਾਉਣ ਤੋਂ ਪਹਿਲਾਂ ਕੀ ਇਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ? ਪਿਛਲੇ ਸਾਲ ਦਾ ਜੋ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ, ਕੀ ਉਹ ਪੂਰਾ ਕੀਤਾ ਅਸੀਂ? ਜੇ ਅਸੀਂ ਪਿਛਲਾ ਨਹੀਂ ਪੂਰਾ ਕਰ ਸਕੇ ਤਾਂ ਹੁਣ ਦੁਬਾਰਾ ਫੇਰ ਉਹੀ ਕੁਝ ਫੇਰ ਕਰਨ ਲੱਗੇ ਹਾਂ ਅਸੀਂ। ਔਰ ਲੋਕਾਂ ਦੇ ਵਿੱਚੋਂ ਵਿਦਰੋਹ ਹੋ ਰਿਹਾ ਹੈ, ਲੋਕਾਂ ਦੇ ਵਿੱਚੋਂ ਵਿਰੋਧ ਹੋ ਰਿਹਾ ਹੈ। ਕਿੰਨੇ ਕੁ ਲੋਕਾਂ ਨੂੰ ਅਸੀਂ ਕੁੱਟਾਂਗੇ, ਕਿੰਨੇ ਕੁ ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕਰਾਂਗੇ? ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਹਦੇ ਤੇ। ਮੈਂ ਵੇਖਿਆ ਕਿ ਅਸੀਂ ਜੀ 5 ਵਜੇ ਲਾਕਡਾਊਨ ਹੋ ਗਿਆ ਜੀ, ਤੇ ਪੁਲਿਸ ਦੀਆਂ ਹੇੜਾਂ ਬਾਜ਼ਾਰ ਦੇ ਵਿੱਚ ਘੁੰਮ ਪੈਂਦੀਆਂ। ਮੈਂ ਬੇਨਤੀ ਕਰਨੀ ਚਾਹੁੰਦਾ, ਮੈਂ ਪੁੱਛਣਾ ਚਾਹੁੰਦਾ ਸਾਡੀ ਸਰਕਾਰ ਤੋਂ ਕਿ ਜਦੋਂ ਤੁਸੀਂ 5 ਵਜੇ ਲਾਕਡਾਊਨ ਕਰਨਾ ਹੈ, ਜੇ ਇਹੀ ਭਲਾ ਉਹ ਸਾਰਾ ਦਿਨ ਜਿੱਦੇ ਤੁਸੀਂ ਬਾਜ਼ਾਰ ਖੋਲ੍ਹਿਆ ਹੈ, ਉਹ ਸਾਰੇ ਦਾ ਸਾਰਾ ਦਿਨ ਲੋਕਾਂ ਨੂੰ ਆਪਦੀ ਮਾਰਕੀਟਿੰਗ ਕਰਨ ਦਿਓ, ਸਮਾਨ ਖਰੀਦਣ ਦਿਓ, ਤਾਂ ਮੇਰਾ ਖਿਆਲ ਹੈ ਦੂਜੇ ਦਿਨ ਆਉਣ ਦਾ ਕੰਮ ਮੁੱਕ ਜੇ ਲੋਕਾਂ ਦਾ। ਇਹਨੂੰ ਅਸੀਂ ਫਿਕਸ ਕਿਉਂ ਨਹੀਂ ਕਰਦੇ? ਔਰ ਇਸ ਤਰੀਕੇ ਦੇ ਨਾਲ ਲਾਕਡਾਊਨ ਕਰਕੇ ਤੁਸੀਂ ਦੁਕਾਨਦਾਰਾਂ ਦਾ ਵੀ ਨੁਕਸਾਨ ਕਰਦੇ ਹੋ ਔਰ ਲੋਕਾਂ ਦਾ ਵੀ ਨੁਕਸਾਨ ਕਰਦੇ ਹੋ। ਕਿਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿ ਸਾਡੇ ਅੰਦੋਲਨਕਾਰੀਆਂ ਨੂੰ, ਸਾਡਾ ਅੰਦੋਲਨ ਦਿੱਲੀ ਸਰਕਾਰ ਨਾਲ ਹੈ, ਇਹ ਸਟੇਟਾਂ ਦੀਆਂ ਗਵਰਨਮੈਂਟਾਂ ਧਿਆਨ ਦੇਣ ਇਸ ਗੱਲ ਦਾ।
ਇਸ ਵੇਲੇ ਪੂਰੇ ਦੇਸ਼ ਦਾ ਅੰਦੋਲਨ ਦਿੱਲੀ ਸਰਕਾਰ ਦੇ ਖਿਲਾਫ ਚੱਲ ਰਿਹਾ ਹੈ ਔਰ ਸਟੇਟਾਂ ਦੀਆਂ ਗਵਰਨਮੈਂਟਾਂ ਲੋਕਾਂ ਨੂੰ, ਜਿਹੜੇ ਅੰਦੋਲਨਕਾਰੀ ਨੇ ਸਾਡੇ ਇਸ ਅੰਦੋਲਨ ਦੀ ਹਮਾਇਤ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ, ਕਿਤੇ ਵੀ ਕਰ ਰਹੇ ਹੈ, ਅਗਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਗੱਲ ਆਉਂਦੀ ਹੈ ਤਾਂ ਫਿਰ ਸਮਝਿਓ ਕਿ ਸਟੇਟਾਂ ਦੀਆਂ ਗਵਰਨਮੈਂਟਾਂ ਆਪਣੀਆਂ ਸਟੇਟਾਂ ਦੇ ਹਾਲਾਤ ਖੁਦ ਵਿਗਾੜਨਾ ਚਾਹੁੰਦੀਆਂ। ਅੱਜ ਪੂਰਾ ਦੇਸ਼ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ। ਬੀਜੇਪੀ ਸਰਕਾਰ ਦੀ ਇਸ ਘਟੀਆ ਰਾਜਨੀਤੀ ਦੇ ਖਿਲਾਫ ਉਬਾਲੇ ਖਾ ਰਿਹਾ ਪੂਰਾ ਦੇਸ਼। ਤੇ ਕਿਤੇ ਇਹ ਨਾ ਹੋਵੇ ਕਿ ਸਾਡੀ ਹਰਿਆਣਾ ਜਾਂ ਸਾਡੀ ਪੰਜਾਬ ਸਰਕਾਰ ਵੀ ਇਸ ਲਪੇਟ 'ਚ ਆ ਜੇ। ਇਹ ਨੁਕਸਾਨ ਝੱਲਣਾ ਪੈ ਸਕਦਾ ਪੰਜਾਬ ਸਰਕਾਰ ਨੂੰ ਅਗਰ ਪੰਜਾਬ ਦੇ ਵਿੱਚ ਇਸ ਅਜਿਹੀ ਕਿਤੇ ਅੰਦੋਲਨਕਾਰੀਆਂ ਨਾਲ ਛੇੜਛਾੜ ਕਰਨ ਦੀ ਕਿਸੇ ਕਾਰਨ ਅਗਰ ਹਾਲਾਤ ਵਿਗੜਦੇ ਨੇ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕ ਬਾਗੀ ਹੋ ਕੇ ਬਾਹਰ ਨਿਕਲਦੇ ਨੇ ਔਰ ਉਹ ਜਿਹੜਾ ਨੁਕਸਾਨ ਹੋਏਗਾ ਉਹ ਨੁਕਸਾਨ ਦੀ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਹੋਣਗੀਆਂ। ਇਸ ਲਈ ਅਸੀਂ ਅਪੀਲ ਕਰਾਂਗੇ ਸਰਕਾਰ ਨੂੰ ਕਿ ਕੋਈ ਵੀ ਅਜਿਹਾ ਕਦਮ ਨਾ ਚੁੱਕਿਆ ਜਾਏ ਜਿਹੜਾ ਅੰਦੋਲਨਕਾਰੀਆਂ ਨੂੰ ਹੋਰ ਗੁੱਸਾ ਚੜਾਵੇ, ਹੋਰ ਗੁੱਸਾ ਦਿਵਾਵੇ। ਇਹ ਬਹੁਤ ਸਾਰੇ ਲੋਕ ਉਹ ਅੰਦੋਲਨ ਕਰ ਰਹੇ ਨੇ ਜਿਹੜੇ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ, ਇਸ ਅੰਦੋਲਨ ਦੀ ਹਮਾਇਤ ਕਰ ਰਹੇ ਨੇ ਉਹ ਲੋਕ ਜਿਹੜੇ ਚੰਡੀਗੜ੍ਹ ਦੇ ਮਟਕਾ ਚੌਂਕ ਜਾਂ ਵੱਖ-ਵੱਖ ਚੌਂਕਾਂ ਦੇ ਵਿੱਚ ਜਾਂ ਮੋਹਾਲੀ ਦੇ ਚੌਂਕਾਂ 'ਚ ਬੈਠ ਕੇ ਅੰਦੋਲਨ ਕਰਦੇ ਨੇ, ਜਾਂ ਜਿਹੜੇ ਟੋਲ ਪਲਾਜ਼ਿਆਂ ਦੇ ਬੈਠੇ ਅੰਦੋਲਨ ਕਰ ਰਹੇ ਨੇ। ਉਹ ਲੋਕ ਆਪਣੇ ਆਪ ਇਸ ਅੰਦੋਲਨ ਦਾ ਪਾਰਟ ਬਣੇ ਹੋਏ ਨੇ, ਜਥੇਬੰਦੀਆਂ ਸਾਰੀਆਂ ਇੱਥੇ ਬੈਠੀਆਂ। ਸੋ ਇਸ ਕਰਕੇ ਉਹ ਅੰਦੋਲਨ ਦਾ ਹਿੱਸਾ ਨੇ। ਇਸ ਵੇਲੇ ਜਿਹੜਾ ਵੀ ਕੋਈ ਵਿਅਕਤੀ ਕਿਤੇ ਵੀ ਬੈਠਾ ਇਸ ਅੰਦੋਲਨ ਦਾ, ਜਿਹੜਾ ਅੱਜ ਦਿੱਲੀ ਦੀਆਂ ਬਰੂਹਾਂ ਤੇ ਚੱਲਦਾ ਅੰਦੋਲਨ ਹੈ, 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਔਰ MSP ਦੀ ਗਰੰਟੀ ਦਾ ਕਾਨੂੰਨ ਬਣਵਾਉਣ ਲਈ ਚੱਲ ਰਹੇ ਅੰਦੋਲਨ ਦੀ ਜੋ ਵੀ ਸਪੋਰਟ ਕਰ ਰਿਹਾ, ਜਿੱਥੇ ਬੈਠਾ ਵੀ ਕਰ ਰਿਹਾ ਹੈ, ਉਹ ਸੰਯੁਕਤ ਮੋਰਚੇ ਦਾ ਇੱਕ ਪਾਰਟ ਹੈ, ਇੱਕ ਹਿੱਸਾ ਹੈ। ਅਗਰ ਸਰਕਾਰ ਉਹਨਾਂ ਨੂੰ ਕਿਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਸਰਕਾਰ ਨੂੰ ਖਿਮਿਆਜਾ ਭੁਗਤਣਾ। ਇਹ ਸਨ ਕਿਸਾਨ ਆਗੂ ਡੱਲੇਵਾਲ। ਇੱਥੇ ਜ਼ਿਕਰ ਖਾਸ ਹੈ, ਵੈਸੇ ਤਾਂ ਸਾਡੇ ਸਾਰੇ ਦਰਸ਼ਕ ਬਹੁਤ ਸਿਆਣੇ ਨੇ, ਸਮਝਦਾਰ ਨੇ, ਉਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ, ਪਰ ਕਈ ਵਾਰ ਭੁਲੇਖਾ ਲੱਗ ਜਾਂਦਾ। ਇਸ ਕਾਰਨ ਇਹ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਡੱਲੇਵਾਲ ਸਾਹਿਬ ਦਿੱਲੀ ਸਰਕਾਰ ਦੀ ਗੱਲ ਕਰ ਰਹੇ ਸਨ। ਉੱਥੇ ਉਹ ਕੇਜਰੀਵਾਲ ਸਰਕਾਰ ਦੀ ਨਹੀਂ, ਸਗੋਂ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹਨਾਂ ਦੀ ਗੱਲ ਕਰ ਰਹੇ ਸਨ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਤੁਸੀਂ ਵੀ ਜ਼ਰੂਰ ਦੇਖਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ ਚਰਨਜੀਤ ਬਰਾੜ, ਜਿਨ੍ਹਾਂ ਨਾਲ ਹੁਣੇ ਥੋੜ੍ਹਾ ਸਮਾਂ ਪਹਿਲਾਂ ਆਪਣੀ ਵੀ ਗੱਲ ਜਿਹੜੀ ਹੋ ਰਹੀ ਸੀ, ਉਸ ਦੇ ਵਿੱਚ ਜੋਗਾ ਸਿੰਘ ਚੱਪੜ ਹੋਰਾਂ ਬਾਰੇ ਸਵਾਲ ਕੀਤਾ ਸੀ, ਪਰ ਉਹਨਾਂ ਨੇ ਜਿਹੜਾ ਮਨ ਹੈ ਉਹ ਕਰ ਦਿੱਤਾ ਕਿ ਉਹਨਾਂ ਦੇ ਸੰਬੰਧੀ ਉਹ ਕੁਝ ਵੀ ਨਹੀਂ ਬੋਲਣਾ ਚਾਹੁੰਦੇ, ਕਿਉਂਕਿ ਇਹ ਰਾਈਟ ਹੈ ਜਿਹੜਾ ਸਾਡਾ ਸੰਵਿਧਾਨ ਦਿੰਦਾ, ਲੋਕਤੰਤਰਿਕ ਹੱਕ ਹੈ ਉਹਨਾਂ ਦਾ। ਜੇਕਰ ਉਹ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਆਜ਼ਾਦੀ ਹੈ, ਉਹਨਾਂ ਨੂੰ ਨਹੀਂ ਦੇਣਾ ਚਾਹੁੰਦੇ ਤਾਂ ਉਹਨਾਂ ਨੂੰ ਆਜ਼ਾਦੀ ਹੈ ਕਿ ਉਹ ਨਹੀਂ ਦੇ ਸਕਦੇ। ਅਤੇ ਨਾਲ ਦੀ ਨਾਲ ਇੱਥੇ ਦੱਸਦੀ ਹੈ ਕਿ ਇੱਕ ਜਿਹੜੀ ਸੋਸ਼ਲ ਮੀਡੀਆ 'ਤੇ ਲਗਾਤਾਰ ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਦਾ ਦੌਰ ਹੈ ਉਹ ਲਗਾਤਾਰ ਜਾਰੀ ਹੈ। ਦੱਸਦੀ ਹੈ ਕਿ ਬੀਤੇ ਦਿਨੀ ਚਰਨਜੀਤ ਬਰਾੜ ਹੋਰਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ ਆਪਣੇ ਫੇਸਬੁੱਕ ਪੇਜ 'ਤੇ। ਉਸ ਤੋਂ ਬਾਅਦ ਜੋਗਾ ਸਿੰਘ ਹੋਰਾਂ ਨੇ ਬਿਆਨਬਾਜ਼ੀ ਹੈ ਜਿਹੜੀ ਉਹਨਾਂ 'ਤੇ ਕੀਤੀ ਸੀ ਅਤੇ ਉਹਨਾਂ ਨੂੰ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਸੀ ਕਿ ਜਿਹੜੇ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਨਾਲ ਹੁੰਦੇ ਸਨ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ ਨਾਲ ਚਲੇ ਗਏ, ਅਤੇ ਉਹਨਾਂ ਨੇ ਜਿਹੜਾ ਆਨੰਦ ਹੈ ਉਹ ਸ਼੍ਰੋਮਣੀ ਅਕਾਲੀ ਦਲ ਕਰਕੇ ਵੱਖ-ਵੱਖ ਜੇ ਉਹਨਾਂ ਦੀ ਜਿਹੜੀ ਵੀ ਕਾਰਗੁਜ਼ਾਰੀ ਰਹੀ ਹੈ ਉਸ ਸੰਬੰਧੀ ਮਾਣਿਆ। ਜੋਗਾ ਸਿੰਘ ਹੋਰਾਂ ਨੇ ਗੰਭੀਰ ਇਲਜ਼ਾਮ ਲਾਏ ਸਨ। ਉਸ ਤੋਂ ਬਾਅਦ ਚਰਨਜੀਤ ਬਰਾੜ ਹੋਰਾਂ ਨੇ ਜਿਹੜੇ ਇਲਜ਼ਾਮ ਨੇ ਉਹ ਜੋਗਾ ਸਿੰਘ ਚੱਪੜ ਉੱਤੇ ਲਾਏ ਨੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 2009 ਦੇ ਵਿੱਚ ਉਹਨਾਂ ਦੀ ਗੁਰਦੁਆਰੇ ਦੇ ਵਿੱਚ ਕੋਈ ਅਜਿਹੀ ਘਟਨਾ ਹੋਈ ਸੀ ਜਿਸ ਦੇ ਕਾਰਨ ਉਹਨਾਂ ਦੀ ਪੱਗ ਵੀ ਲਾ ਦਿੱਤੀ ਗਈ ਸੀ, ਅਤੇ ਅੱਜ ਹੁਣ ਇਸ ਤੋਂ ਬਾਅਦ ਜੋਗਾ ਸਿੰਘ ਹੋਰਾਂ ਦਾ ਪ੍ਰਤੀਕਿਰਿਆ ਸਾਹਮਣੇ ਆਈ ਹੈ, ਜਿਸ ਦੇ ਵਿੱਚ ਉਹਨਾਂ ਨੇ ਚਰਨਜੀਤ ਬਰਾੜ ਹੋਰਾਂ 'ਤੇ ਵੀ ਜਿਹੜੇ ਇਲਜ਼ਾਮ ਲਾ ਦਿੱਤੇ ਨੇ। ਦੱਸਦੀ ਕਿ ਲਗਾਤਾਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਦੋਵੇਂ ਆਗੂ। ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਜਿਹੜੀ ਪਾਰਟੀ ਬਣਾਈ ਗਈ ਸੀ 2012 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਸਨ, ਉਹ ਵੀ ਇਕੱਠਿਆਂ ਇਹਨਾਂ
ਨੇ ਲੜੀ ਸੀ। ਦੱਸਦੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ 2012 ਦੇ ਵਿੱਚ ਜਿਹੜੀ ਪਾਰਟੀ ਬਣਾਈ ਸੀ, 2014 ਦੇ ਕਰੀਬ ਉਹ ਚੱਲੀ। ਉਸ ਤੋਂ ਬਾਅਦ ਉਹ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸਨ ਤੇ ਉਹਨਾਂ ਦੇ ਨਾਲ ਭਗਵੰਤ ਮਾਨ ਵੀ ਹੁੰਦੇ ਸਨ ਤੇ ਅੱਜ ਕੱਲ੍ਹ ਜਿਹੜੇ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਨੇ ਲੱਖਾ ਸਿਧਾਣਾ ਵੀ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਸਨ ਤੇ ਜਿਹੜੀਆਂ ਭਗਵੰਤ ਮਾਨ ਨੇ ਉਹਨਾਂ ਨੇ ਲਹਿਰਾ ਗਾਗਾ ਤੋਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਪਾਰਟੀ ਤੋਂ ਜਿਹੜੀ ਇਲੈਕਸ਼ਨ ਲੜੀ ਸੀ ਤੇ ਲਹਿਰਾ ਗਾਗਾ ਤੋਂ ਉਹ ਬੀਬੀ ਹਰਜਿੰਦਰ ਕੌਰ ਭੱਠਲ ਹੋਰਾਂ ਤੋਂ ਵਿਧਾਨ ਸਭਾ ਦੀ ਜਿਹੜੀ ਸੀਟ ਹਾਰ ਗਏ ਸਨ। ਉਸ ਤੋਂ ਬਾਅਦ 2014 ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਤੇ 2014 ਵਿੱਚ ਉਹ ਪਹਿਲੀ ਵਾਰ ਜਿਹੜੇ MP ਬਣੇ ਸਨ। ਦੂਸਰੇ ਪਾਸੇ ਜਿਹੜੇ ਜੋਗਾ ਸਿੰਘ ਨੇ ਉਹ ਵੀ ਜਿਹੜੇ ਪਟਿਆਲਾ ਤੋਂ ਇਲੈਕਸ਼ਨ ਲੜੇ ਸਨ ਤੇ ਉਹਨਾਂ ਨੇ ਦਾਅਵਾ ਕੀਤਾ ਕਿ ਜਿਹੜੇ ਡਾਕਟਰ ਗਾਂਧੀ ਨੇ 2014 ਦੇ ਵਿੱਚ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਪਟਿਆਲਾ ਨੂੰ ਹਰਾ ਕੇ ਜਿਹੜੇ MP ਬਣੇ ਸਨ ਪਟਿਆਲਾ ਤੋਂ। ਦੱਸਦੇ ਕਿ ਕਾਂਗਰਸ ਪਾਰਟੀ ਦਾ ਜਿਹੜਾ ਪਟਿਆਲਾ ਸੀਟ ਆ ਉਹ ਗੜ੍ਹ ਮੰਨਿਆ ਜਾਂਦਾ। ਉੱਥੇ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਗਾਂਧੀ ਦੀ ਜਿਹੜੀ ਜਿੱਤ ਹੋਈ ਸੀ। ਉਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਜੋਗਾ ਸਿੰਘ ਹੋਰਾਂ ਨੇ ਦਾਅਵਾ ਕੀਤਾ ਕਿ ਜਦ ਉਹ ਇਲੈਕਸ਼ਨ ਲੜ ਰਹੇ ਸਨ ਤਾਂ ਡਾਕਟਰ ਗਾਂਧੀ ਹੋਰਾਂ ਨੇ ਵੀ ਉਹਨਾਂ ਨੂੰ ਵੋਟ ਪਾਈ ਸੀ, ਜਦ ਕਿ ਜਿਹੜਾ ਵੋਟ ਸਿਸਟਮ ਹੈ ਉਸ ਦੇ ਵਿੱਚ ਡਾਕਟਰ ਗਾਂਧੀ ਹੋਰਾਂ ਦਾ ਵਿਸ਼ਵਾਸ ਨਹੀਂ ਸੀ। ਪਰ ਪਹਿਲੀ ਵਾਰ ਉਹਨਾਂ ਨੇ ਵੋਟ ਦਾ ਇਸਤੇਮਾਲ ਕੀਤਾ ਤੇ ਉਹਨਾਂ ਨੂੰ ਵੋਟ ਪਾਈ ਹੈ। ਜੋਗਾ ਸਿੰਘ ਹੋਰਾਂ ਨੇ ਇਹ ਦਾਅਵਾ ਕੀਤਾ ਤੇ ਨਾਲ ਦੀ ਨਾਲ ਜਿਹੜਾ ਚਰਨਜੀਤ ਬਰਾੜ ਹੋਰਾਂ ਦੇ ਇਲਜ਼ਾਮ ਸਨ ਕਿ ਜੋਗਾ ਸਿੰਘ ਚੱਪੜੂਰੀ ਕਦੇ ਸੁੱਚਾ ਸਿੰਘ ਛੋਟੇਪੁਰ ਨਾਲ ਜਾਂਦੇ ਆ, ਕਦੇ ਸਰਨਾ ਬ੍ਰਦਰਸ ਨਾਲ ਜਾਂਦੇ ਆ, ਕਦੇ ਦੀਪ ਸਿੱਧੂ ਦੇ ਸ਼ੰਭੂ ਮੋਰਚੇ ਦੇ ਵਿੱਚ ਜਾਂਦੇ ਆ। ਉਹਨਾਂ ਇਲਜ਼ਾਮਾਂ ਦਾ ਜਿਹੜਾ ਜੋਗਾ ਸਿੰਘ ਹੋਰਾਂ ਨੇ ਜਿਹੜੀ ਅੱਜ ਪ੍ਰਤੀਕਿਰਿਆ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਈ ਆਗੂ ਜਿਹੜੇ ਪਹਿਲਾਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਸਨ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਗੱਲ ਇਹ ਕਹੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀ ਸ਼ੰਭੂ ਮੋਰਚੇ ਤੋਂ ਉਸ ਦੀ ਗੱਲ ਕੀਤੀ ਜਾਂਦੀ ਸੀ, ਵੱਧ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਸੀ। ਤਾਂ ਇਸ ਦੇ ਵਿੱਚ ਗਲਤ ਕੀ ਹੈ? ਚਰਨਜੀਤ ਬਰਾੜ ਹੋਰਾਂ ਨੂੰ ਸੰਬੋਧਿਤ ਹੁੰਦੇ ਹੋਏ ਉਹਨਾਂ ਨੇ ਪੁੱਛਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ੰਭੂ ਮੋਰਚਾ ਦੀਪ ਸਿੱਧੂ ਹੋਰਾਂ ਵੱਲੋਂ ਲਾਇਆ ਗਿਆ ਸੀ ਤੇ ਜੋਗਾ ਸਿੰਘ ਹੋਰੀ ਉੱਥੇ ਮੌਜੂਦ ਰਹਿੰਦੇ ਸਨ ਤੇ ਚਰਨਜੀਤ ਬਰਾੜ ਹੋਰਾਂ ਨਾਲ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਜਾਂ ਉਹਨਾਂ ਦੀ ਮੇਲ ਜੋਲ ਹੈ ਉਹ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਪਾਰਟੀ ਦੇ ਵਿੱਚ ਰਿਹਾ। ਦੋਵੇਂ ਇੱਕ ਦੂਜੇ ਦੇ ਨਾਲ ਸਨ ਪਰ ਹੁਣ ਇੱਕ ਦੂਜੇ ਦੇ ਵਿਰੋਧੀ ਨੇ। ਕਈ ਤਰ੍ਹਾਂ ਦੇ ਪਰਿਵਾਰਿਕ ਇਲਜ਼ਾਮ ਵੀ ਇੱਕ ਦੂਜੇ ਤੇ ਉਹਨਾਂ ਵੱਲੋਂ ਲਾਏ ਗਏ ਨੇ ਤੇ ਜਿਹੜਾ ਜੋਗਾ ਸਿੰਘ ਹੋਰਾਂ ਦੀ ਪੱਗ ਲੱਥਣ ਦੀ ਗੱਲ ਚਰਨਜੀਤ ਬਰਾੜ ਹੋਰਾਂ ਵੱਲੋਂ ਕਹੀ ਗਈ ਸੀ, ਉਸ ਤੇ ਪਲਟਵਾਰ ਕਰਦਿਆਂ ਜੋਗਾ ਸਿੰਘ ਹੋਰਾਂ ਨੇ ਕਿਹਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੱਗ ਸਾਂਭਣ ਲਈ ਬਣੀ ਸੀ ਤੇ ਉਹ ਅੱਜ ਪੱਗ ਲਾਉਣ ਦੀਆਂ ਗੱਲਾਂ ਕਰਦੀ ਹੈ। ਇਸ ਤੋਂ ਇਲਾਵਾ ਜੋਗਾ ਸਿੰਘ ਹੋਰਾਂ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾ ਦਿੰਦੇ ਹਾਂ। ਚਰਨਜੀਤ ਬਰਾੜ ਸਿੰਘ, ਤੈਨੂੰ ਵੀ ਇੱਕ ਗੱਲ ਪੁੱਛਣੀ ਚਾਹੁੰਦਾ ਹੈ। ਤੂੰ ਕੱਲ ਕਿਹਾ ਕਿ ਮੈਂ ਜੋਗਾ ਸਿੰਘ ਦੀਆਂ ਗੱਲਾਂ ਦਾ ਜਵਾਬ ਤਾਂ ਨਹੀਂ ਦੇਣਾ ਚਾਹੁੰਦਾ। ਜਵਾਬ ਦੇਣ ਨੂੰ ਕਿਹੜਾ ਤੂੰ ਮੁੱਖ ਮੰਤਰੀ ਜਾਂ ਕਿਤੇ ਹੋਰ ਪੋਲੀਟੀਕਲ ਅਹੁਦੇ ਤੇ ਰਿਹਾ ਕਿ ਤੂੰ ਮੇਰੀਆਂ ਗੱਲਾਂ ਦਾ ਜਵਾਬ ਦੇਂਗਾ? ਜਵਾਬ ਦੇਣ ਨੂੰ ਤੇਰੇ ਕੋਲ ਹੈ ਕੁਛ ਨਹੀਂ। ਲੇਕਿਨ ਮੈਂ ਕੁੱਲ ਦੁਨੀਆ ਵਿੱਚ ਵੱਸਦੀ ਸਿੱਖ ਸੰਗਤ ਨੂੰ ਦੱਸਣਾ ਚਾਹੁੰਦਾ ਹੈ ਕਿ ਕੱਲ ਦੀ ਤੁਸੀਂ ਵੀਡੀਓ ਇਹਦੀ ਚਰਨਜੀਤ ਦੀ ਕੱਢ ਕੇ ਦੇਖ ਲਿਓ। ਇਹਨੇ ਸਭ ਤੋਂ ਪਹਿਲੀ ਉਦਾਹਰਨ ਦਿੱਤੀ ਕਿ ਜੋਗਾ ਸਿੰਘ ਚੱਪੜ ਨੂੰ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਵਿੱਚੋਂ 2009 ਦੇ ਵਿੱਚ ਕੁੱਟ ਕੇ ਪੱਗ ਲਾ ਕੇ ਜੁੱਤੀਆਂ ਮਾਰ ਕੇ ਕੱਢਿਆ ਸੀ। ਇਹਨੇ ਕੋਈ ਅਜਿਹੀ ਘਟਨਾ ਕਰਤੀ ਸੀ। ਲੇਕਿਨ ਮੈਂ ਤੇਰੀ ਨੌਲੇਜ ਦੇ ਵਿੱਚ ਵਾਧਾ ਕਰਾਂ ਕਿ ਘਟਨਾ ਇਹ ਕਰਤੀ ਸੀ ਕਿ ਮੈਂ ਕੈਪਟਨ ਕਮਲਜੀਤ ਸਿੰਘ ਜੀ ਦਾ ਮਰਹੂਮ ਦਾ ਸਮਰਥਕ ਸੀ। ਉੱਥੇ ਜ਼ਿਲ੍ਹੇ ਦੀ ਮੀਟਿੰਗ ਚੱਲਦੀ ਸੀ, ਕੋਆਪਰੇਟਿਵ ਬੈਂਕ ਜ਼ਿਲ੍ਹੇ ਪਟਿਆਲੇ ਦੀ ਚੋਣ ਸੀ। ਮੈਂ ਵੀ ਇੱਕ ਜ਼ੋਨ ਤੋਂ ਉਮੀਦਵਾਰ ਸੀ। ਜਿਹੜੇ ਜ਼ੋਨ ਤੋਂ ਮੈਂ ਉਮੀਦਵਾਰ ਸੀ, ਇੱਕ ਪਰਿਵਾਰ ਦਾ ਜਿਹੜਾ ਵੱਡਾ ਲੀਡਰ ਸੀ, ਹੁਣ ਵੀ ਉਹ ਤੁਹਾਡੀ ਪਾਰਟੀ 'ਚ ਇੱਕ ਵੱਡਾ ਲੀਡਰ, ਉਹ ਆਪਣੇ ਪਰਿਵਾਰਕ ਮੈਂਬਰ ਨੂੰ ਉੱਥੋਂ ਡਾਇਰੈਕਟਰ ਬਣਾਉਣਾ ਚਾਹੁੰਦਾ ਸੀ, ਲੇਕਿਨ ਮੈਂ ਉੱਥੋਂ ਜਿੱਤਦਾ ਸੀ। ਇਸ ਕਰਕੇ ਮੇਰੇ ਨਾਲ ਵਿਚਾਰਾਂ ਦੇ ਤਕਰਾਰ ਹੋਣ ਕਰਕੇ ਮੇਰੀ ਦਸਤਾਰ ਲਾਹੀ ਗਈ, ਜਦ ਕਿ ਪੂਰੇ ਜ਼ਿਲ੍ਹੇ ਦੀ ਜਿੰਨੀ ਲੀਡਰਸ਼ਿਪ ਸੀ ਉਹਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਇਹ ਗਲਤ ਹੋਇਆ। ਅਖਬਾਰਾਂ 'ਚ ਮੈਂ ਨਹੀਂ ਰੋਇਆ, ਪੂਰੇ ਅਖਬਾਰਾਂ ਨੇ ਇਸ ਗੱਲ ਦਾ ਆਪ ਖਬਰਾਂ ਲਾਈਆਂ ਸੀ। ਔਰ ਮੈਨੂੰ ਇਹ ਦੱਸ, ਤੂੰ ਕਿੱਡੀ ਕੁ ਬਹਾਦਰੀ ਵਾਲੀ ਗੱਲ ਕਰਦਾ। ਔਰ ਮੈਂ ਸੰਸਾਰ 'ਚ ਬੈਠੀ ਸੰਗਤ ਨੂੰ ਕਹਿਣਾ ਹੈ ਕਿ ਅੱਜ ਉਦਾਹਰਨ ਦੇਖੋ ਚਰਨਜੀਤ ਬਰਾੜ ਨੇ ਕਿੱਡੀ ਦਈ ਹੈ ਕਿ ਇਹਦੀ ਦਸਤਾਰ ਲਾਈ ਸੀ। ਦਸਤਾਰ ਮੇਰੀ ਨਹੀਂ, ਦਸਤਾਰ ਗੁਰੂ ਦੀ ਹੈ। ਇਸੇ ਕਰਕੇ ਦਾ ਲੋਕ ਤੁਹਾਨੂੰ ਮੂੰਹ ਨਹੀਂ ਲਾ ਰਹੇ ਕਿ ਤੁਸੀਂ ਦਸਤਾਰਾਂ ਲਾਉਣ ਵਾਲਾ ਅਕਾਲੀ ਦਲ ਬਣ ਗਏ। ਪਹਿਲਾਂ ਦਸਤਾਰਾਂ ਸਿਰ ਤੇ ਰੱਖਣ ਵਾਲਾ ਅਕਾਲੀ ਦਲ ਸੀ। ਸੋ ਇਹ ਤਾਂ ਮੈਂ ਤੈਨੂੰ ਉਹ ਗੱਲ ਦਾ ਜਵਾਬ ਦਿੱਤਾ। ਮੈਂ ਤਾਂ ਆਪਣੀ ਅਣਖ ਤੇ ਗੈਰਤ ਦੀ ਜ਼ਿੰਦਗੀ ਜੂਣ ਵਾਲਾ ਇਨਸਾਨ ਹੈ। ਮੇਰੀ ਉੱਥੇ ਜਿਹੜੀ ਬੇਅਦਬੀ ਹੋਈ ਦਸਤਾਰ ਦੀ, ਮੈਂ ਤਾਂ ਆਪਣੀ ਦਸਤਾਰ ਸਿਰ ਤੇ ਰੱਖ ਕੇ ਬਾਹਰ ਆਇਆ, ਦੁਬਾਰਾ ਬਾਦਲ ਅਕਾਲੀ ਦਲ ਵੱਲ ਨਹੀਂ ਝਾਕਿਆ।
ਔਰ ਮੈਂ ਜਾਗੋ ਯਾਤਰਾ ਮਨਪ੍ਰੀਤ ਬਾਦਲ ਨਾਲ ਤੁਰਿਆ ਜਿਹਦਾ ਤੂੰ ਵੀ ਹਿੱਸਾ ਸੀ, ਔਰ ਫਿਰ ਖਟਕੜ ਕਲਾਂ ਗਏ 2012 ਦੀ ਇਲੈਕਸ਼ਨ ਲੜੀ ਮਨਪ੍ਰੀਤ ਬਾਦਲ ਦੀ ਅਗਵਾਈ ਥੱਲੇ ਪਟਿਆਲੇ ਸ਼ਹਿਰ ਤੋਂ ਅਮਰਿੰਦਰ ਦੇ ਮੁਕਾਬਲੇ। ਮੈਨੂੰ ਮਾਣ ਹੈ ਕਿ ਸਾਰਿਆਂ ਤੋਂ ਪਹਿਲਾਂ ਜ਼ਿੰਦਗੀ ਦੀ ਜੇ ਵੋਟ ਪਾਈ ਡਾਕਟਰ ਧਰਮਵੀਰ ਗਾਂਧੀ ਨੇ ਤਾਂ ਜੋਗਾ ਸਿੰਘ ਚਾਪੜ ਨੂੰ ਪਾਈ। ਉਹਨੇ ਕਦੇ ਵੋਟ ਸਿਸਟਮ 'ਚ ਵਿਸ਼ਵਾਸ ਨਹੀਂ ਰੱਖਿਆ ਸੀ, ਔਰ ਅੱਜ ਵੀ ਮੈਂ ਤੀਜੇ ਧੜੇ ਦੀ ਲੜਾਈ ਲੜ ਰਿਹਾ। ਕਦੋਂ ਸਿੰਘ ਸਾਹਿਬ ਬਾਰੇ ਬਾਰ-ਬਾਰ ਬੇਹੁਦਾ ਟਿੱਪਣੀ ਕਰਦਾ ਹੈ ਕਿ ਜੀ ਉਹਨਾਂ ਨੇ ਪਲਾਟ ਖਰੀਦਿਆ, ਉਹਨਾਂ ਨੇ ਦਾੜੀ ਬੰਨ ਕੇ ਰਜਿਸਟਰੀ ਕਰਾਈ। ਮੈਂ ਤੈਨੂੰ ਪੁੱਛਣਾ ਚਾਹੁੰਦਾ ਹੈ, ਜਦੋਂ ਸਿੰਘ ਸਾਹਿਬ ਨੂੰ 3 ਸਜ਼ਾਵਾਂ ਬੋਲੀਆਂ, ਇੰਡੀਅਨ ਐਕਸਪ੍ਰੈਸ ਦੀਆਂ ਖਬਰਾਂ ਕੱਢ ਕੇ ਦੇਖ ਸਕਦਾ ਕਿ ਉਹਨਾਂ ਦੀ ਉਦੋਂ ਵੀ ਫੋਟੋ ਦਾੜੀ ਬੰਨਣ ਵਾਲੀ ਲੱਗੀ ਵੀ ਸੀ। 23 ਸਾਲ ਦੀ ਉਮਰ ਦੇ ਵਿੱਚ ਜਥੇਦਾਰ ਜੀ ਨੇ ਜਿਹੜੀ ਕੌਮ ਲਈ ਕੁਰਬਾਨੀ ਕੀਤੀ ਸੀ, ਜਿਹੜੀ ਉਹਨਾਂ ਨੇ ਉਦੋਂ ਵੀ ਉਹ ਛੋਟੀ ਉਮਰ 'ਚ ਸੀਗੇ, ਉਦੋਂ ਦਾ ਤੁਹਾਡੇ ਢਿੱਡ ਪੀੜਨਾ ਹੋਈ ਕਿ ਜਥੇਦਾਰ ਜੀ ਇੰਨੀ ਛੋਟੀ ਉਮਰ 'ਚ ਕੁਰਬਾਨੀ ਕਰਕੇ ਜੇਲ੍ਹ ਜਾ ਰਹੇ ਹੈ। ਉਦੋਂ ਦੀਆਂ ਜਿੰਨੀਆਂ ਜੱਜਮੈਂਟਾਂ ਉਹ ਪੜ੍ਹ ਕੇ ਦੇਖ ਲਈ। ਜੱਜ ਨੇ ਇੱਕੋ ਗੱਲ ਕਹੀ ਸੀ ਕਿ ਇਹ ਕ੍ਰਿਮੀਨਲ ਸੁਭਾਅ ਵਾਲੇ ਬੰਦੇ ਨਹੀਂ, ਇਹਨਾਂ ਦੇ ਅੰਦਰ ਸਿੱਖੀ ਦੀ ਚਿਣਗ ਸੀ, ਆਪਣੇ ਧਰਮ ਦੇ ਲਈ ਇਹਨਾਂ ਨੇ ਕੁਰਬਾਨੀ ਕੀਤੀ ਹੈ। ਔਰ ਮੈਂ ਇੱਕ ਗੱਲ ਪੁੱਛਦਾ ਹਾਂ ਕਿ ਕੋਠੀ ਤਾਂ ਖਰੀਦੀ ਹੈ 25 ਸਾਲ ਬਾਅਦ, ਜਿਆਦਾ ਜੇ ਸਿੰਘ ਸਾਹਿਬ ਤੋਂ ਕੌਮ ਦੀ ਜਾਂ ਪੰਥ ਦੀ ਗੱਲ ਦਾ ਹਿਸਾਬ ਪੁੱਛਦੇ ਆ, ਅੱਜ ਤੁਹਾਡੇ ਕਿਉਂ ਢਿੱਡ ਸੂਲ ਪੈਂਦੀ ਹੈ ਬਈ? ਔਰ ਜੇ ਤੂੰ ਦਾੜੀ ਦੀ ਗੱਲ ਕਰਦਾ ਹੈ, ਸਾਰਿਆਂ ਤੋਂ ਪਹਿਲਾਂ ਤਾਂ ਆਪਣੀ ਦਾੜੀ ਖੋਲ ਲੈ, ਔਰ ਉਹ ਤੋਂ ਬਾਅਦ ਦੂਜੀ ਗੱਲ ਸੁਖਬੀਰ ਦੀ ਖਿਲਾ ਲੈ, ਔਰ ਤੀਜੀ ਗੱਲ ਮਜੀਠੀਏ ਦੀ ਖਿਲਾ ਲੈ, ਚੌਥੀ ਗੱਲ ਮਲੂਕੇ ਦੀ। ਮੈਂ ਕਿਹੜੇ ਲੀਡਰਾਂ ਦੀ ਕਹਾ ਜਿਨ੍ਹਾਂ ਨੇ ਤੇਰੇ ਦਲ 'ਚ ਦਾੜੀਆਂ ਬੰਨੀਆਂ ਮੈਂ ਉਹਨਾਂ ਦੀ ਖਿਲਾ ਲੈ। ਔਰ ਜਿੱਥੇ ਤੂੰ ਮੇਰੀ ਗੱਲ ਕਰਦਾ ਮੇਰੇ ਪਰਿਵਾਰ ਬਾਰੇ ਦੇਖ ਲੈ। 10 ਸਾਲ ਪਹਿਲਾਂ ਕਹਿਤਾ ਸੀ ਮੈਂ ਆਪਣੇ ਬੱਚੇ ਨੂੰ ਕਿ ਜੇ ਤੈਂ ਇੱਕ ਵੀ ਕੇਸਾਂ ਦੀ ਬੇਅਦਬੀ ਕਰੀ ਮੈਂ ਤੈਨੂੰ ਇੱਕ ਖੁੱਡ ਨਹੀਂ ਦਿੰਦਾ ਜਿਹੜਾ ਆਪਣੇ ਬਾਪ ਦਾਦੇ ਦੀ ਜ਼ਮੀਨ ਜਾਇਦਾਦ ਹੈ। ਔਰ ਮੈਂ ਤੈਨੂੰ ਇਹ ਕਹਾ ਕਿ ਮੈਂ ਤਾਂ ਅਣਖ ਗੈਰਤ ਵਾਲਾ ਬੰਦਾ ਹਾਂ, ਮੈਂ ਤਾਂ ਆਪਣੀ ਪੱਗ ਦੀ ਹੋਈ ਬੇਅਦਬੀ ਨੂੰ ਦੇਖਦਾ ਹੋਇਆ ਮੁੜ ਕੇ ਬਾਦਲਾਂ ਕਲੀ ਝਾਕਿਆ ਨਹੀਂ। ਲੇਕਿਨ ਆਪਾਂ ਪੀਪੀਪੀ 'ਚ ਇਕੱਠੇ ਰਹੇ ਹਾਂ। ਤੇਰੇ ਸਰੂਪਾ ਸੁਖਬੀਰ ਸਿੰਘ ਬਾਦਲ ਨੇ ਜ਼ਰੂਰ ਤੇਰੇ ਤੇ ਪਰਚਾ ਦਰਜ ਕਰਕੇ ਪਾਇਆ ਸੀ, ਇਹ ਮੈਂ ਨਹੀਂ ਕਹਿੰਦਾ, ਇਹ ਉਸ ਸਮੇਂ ਦੇ ਪੁਰਾਣੇ ਸਾਰੇ ਬੰਦੇ ਕਹਿੰਦੇ ਆ। ਹੁਣ ਦੇਖੋ ਗੁੱਸਾ ਨਾ ਕਰੀ, ਗੱਲ ਸਚਾਈ ਹੈ, ਰੋਸ ਨਾ ਕੀਜੈ ਉੱਤਰ ਦੀਜੈ। ਤੈਂ ਕਿਹਾ ਕਿ ਸਰਨਿਆਂ ਨਾਲ ਮੀਟਿੰਗ ਹੋਈ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਤਾਂ ਸ਼ਰੇਆਮ ਕਹਿੰਦੇ ਆ ਕਿ ਕਿਸੇ ਵੀ ਪਾਰਟੀ ਜਾਂ ਕਿਤੇ ਵੀ ਬੈਠਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਿੱਖ ਸਾਡਾ ਸਾਥ ਦੇਵੇ, ਅਸੀਂ ਉਹਦਾ ਸਾਥ ਲੈਣ ਲਈ ਤਿਆਰ ਹੈ ਤਾਂ ਕਿ ਸ਼੍ਰੋਮਣੀ ਕਮੇਟੀ ਸੱਚੇ ਸਿੱਖਾਂ ਦੇ ਹੱਥ 'ਚ ਆਵੇ। ਸਰਨਿਆਂ ਦੀਆਂ ਫੋਟੋਆਂ ਤਾਂ ਤੂੰ ਕਾਂਗਰਸੀਆਂ ਦੇ ਨਾਲ ਜੋੜ ਕੇ ਦਿਖਾਉਣਾ ਹੈ ਕਿ ਜੀ ਇਹ ਕਾਂਗਰਸੀਆਂ ਦੇ ਨਾਲ ਮੀਟਿੰਗਾਂ ਕਰਦੇ ਆ। ਪਰ ਮੈਨੂੰ ਐਂ ਦੱਸ, ਜਿਹੜਾ ਹੰਸਰਾਜ ਜੋਸ਼ਨ 15 ਦਿਨ ਪਹਿਲਾਂ ਕਾਂਗਰਸੀ ਮੰਤਰੀ ਜਲਾਲਾਬਾਦ ਫਾਜ਼ਿਲਕਾ ਵਾਲਾ ਉਹ ਤੁਸੀਂ ਬਾਦਲ ਦਲ 'ਚ ਰਲਾਇਆ, ਉਹਨੂੰ ਬਾਦਲ ਸਾਹਿਬ ਨਾਲ ਨਲਾਤਾ ਪਾਪ ਧੋਤੇ। ਜਿਹੜਾ ਪਿਛਲੇ 5-10 ਸਾਲ ਪਹਿਲਾਂ ਤੁਸੀਂ ਆਪਣਾ ਮੋਗੇ ਤੋਂ ਜੋਗਿੰਦਰਪਾਲ ਜੈਨ ਮੌਜੂਦਾ ਕਾਂਗਰਸੀ ਐਮਐਲਏ ਉਹਨੂੰ ਅਸਤੀਫਾ ਦਵਾਇਆ, ਫਿਰ ਤੁਸੀਂ ਅਕਾਲੀ ਟਿਕਟ ਤੇ ਲੜਾਇਆ। ਐਸੇ ਤਰ੍ਹਾਂ ਜੀਤ ਮਹਿੰਦਰ ਸਿੱਧੂ ਮੌਜੂਦਾ ਕਾਂਗਰਸੀ ਐਮਐਲਏ ਨੂੰ ਅਸਤੀਫਾ ਦਵਾਇਆ, ਫਿਰ ਤੁਸੀਂ ਅਕਾਲੀ ਟਿਕਟ ਤੋਂ ਲੜਾਇਆ। ਉਹ ਕਾਂਗਰਸੀ ਨਹੀਂ ਸੀ, ਉਹਨਾਂ ਨੂੰ ਬਾਦਲ ਸਾਹਿਬ ਨਾਲ ਨਲਾਤਾ। ਔਰ ਫਿਰ ਤਾਂ ਕਿਹਾ ਕਿ ਦੀਪ ਸਿੱਧੂ ਦੀ ਸਟੇਜ ਤੇ ਮੈਂ ਚੜ ਗਿਆ। ਮੈਂ ਚੜਿਆ ਨਹੀਂ, ਦੀਪ ਸਿੱਧੂ ਨੇ ਸਾਥ ਮੰਗਿਆ, ਮੈਂ ਤਾਂ ਸਾਥ ਦਿੱਤਾ। ਮੈਂ ਤੈਨੂੰ ਇਹ ਵੀ ਕਹਿਣਾ ਕਿ ਸਾਥ ਦੇਣ ਦੀ ਲੋੜ ਕਿਉਂ ਪਈ ਜਦੋਂ ਬਾਦਲ ਪਰਿਵਾਰ ਨੇ ਦਿੱਲੀ ਬੀਜੇਪੀ ਵਾਲਿਆਂ ਦੇ ਵਿੱਚ ਬੈਠ ਕੇ ਕਾਨੂੰਨ ਪਾਸ ਕਰਾਏ। ਔਰ ਤੈਨੂੰ ਵੀ ਪਤਾ ਹੈ, ਕੁੱਲ ਦੁਨੀਆ ਨੂੰ ਪਤਾ ਹੈ, ਵੀਡੀਓ ਤਾਂ ਐਂ ਬੈਠ ਕੇ ਵੱਡੇ ਬਾਦਲ ਦੀ, ਸੁਖਬੀਰ ਦੀ, ਹਰਸਿਮਰਤ ਦੀ ਪਵਾਈ ਕਿ ਕਾਨੂੰਨ ਠੀਕ ਹੈ। ਅੱਜ ਵੀ ਪਤਾ ਹੈ, ਪਹਿਲਾਂ ਤੁਸੀਂ ਕਾਨੂੰਨ ਠੀਕ ਕਹਿੰਦੇ ਸੀ ਤਾਂ ਸਾਨੂੰ ਧਰਨੇ ਮੋਰਚੇ ਲਾਉਣੇ ਪਏ। ਔਰ ਮੇਰੀ ਵੀਡੀਓ ਕੱਢ ਕੇ ਦੇਖ ਲਈ, ਜਿਹੜਾ ਕੰਮ ਅਕਾਲੀ ਦਲ ਦਾ ਸੀ, ਆਨੰਦਪੁਰ ਦੇ ਮੱਤੇ ਦੀ ਗੱਲ, ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ, ਉਹ ਮੈਂ ਉੱਥੇ ਸ਼ੰਭੂ ਮੋਰਚੇ ਦੇ ਬੋਲਦਾ ਰਿਹਾ। ਮੈਂ ਗਲਤ ਕਰਤਾ ਕੁਛ? ਔਰ ਫਿਰ ਤੂੰ ਕਹਿੰਦਾ ਕਿ ਮੈਂ ਛੋਟੇਪੁਰ ਨਾਲ ਚਲਿਆ ਗਿਆ। ਉਹ ਤੋਂ ਪਹਿਲਾਂ ਕੀ ਗੱਲ, ਮੈਂ ਆਮ ਆਦਮੀ ਪਾਰਟੀ 'ਚ ਗਿਆ, ਜੇ ਛੋਟੇਪੁਰ ਸਾਹਿਬ ਨਾਲ ਧੱਕਾ ਹੋਇਆ ਤਾਂ ਮੈਂ ਉਹਨਾਂ ਨਾਲ ਚਲਿਆ ਗਿਆ। ਅੱਜ ਸਾਰੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਠੀਕ ਹੈ, ਉਦੋਂ ਇਹ ਗੱਲ ਹੋਈ। ਸੋ ਇਸ ਕਰਕੇ ਜੇ ਕੋਈ ਜਵਾਬ ਦੇਣਾ ਹੈ, ਤੇਰੇ ਕੋਲ ਜਵਾਬ ਹੈ ਤਾਂ ਪੁਖਤਾ ਦੇ। ਇਹ ਸਨ ਜੋਗਾ ਸਿੰਘ ਜਿਨ੍ਹਾਂ ਨੇ ਚਰਨਜੀਤ ਬਰਾੜ ਵੱਲੋਂ ਲਾਏ ਗਏ ਇਲਜ਼ਾਮਾਂ ਦਾ ਜਵਾਬ ਦਿੱਤਾ। ਦੱਸਦੀ ਹੈ ਕਿ ਇੱਥੇ ਜੋਗਾ ਸਿੰਘ ਸ਼ੰਭੂ ਮੋਰਚੇ ਦੇ ਵਿੱਚ ਅਹਿਮ ਸ਼ਖਸ ਦੇ ਤੌਰ ਤੇ ਭੂਮਿਕਾ ਨਿਭਾਈ ਸੀ, ਜਿਹੜਾ ਕਿ ਸ਼ੰਭੂ ਮੋਰਚਾ ਦੀਪ ਸਿੱਧੂ ਵੱਲੋਂ ਲਾਇਆ ਗਿਆ ਸੀ। ਦੱਸਦੀ ਹੈ ਕਿ ਲਗਾਤਾਰ ਜੋਗਾ ਸਿੰਘ ਹੋਰਾਂ ਦੀ ਪ੍ਰਤੀਕਿਰਿਆ ਵੀ ਆਉਂਦੀ ਰਹੀ ਸੀ। ਉੱਥੋਂ ਵੱਧ ਅਧਿਕਾਰਾਂ ਦੀ ਜਿਹੜੀ ਦੀਪ ਸਿੱਧੂ ਹੋਰੀ ਗੱਲ ਕਰਦੇ ਸੀ, ਸੂਬਿਆਂ ਦੇ ਵੱਧ ਅਧਿਕਾਰਾਂ ਦੀ ਅਜਿਹੀਆਂ ਟਿੱਪਣੀਆਂ ਲਗਾਤਾਰ ਆਉਂਦੀਆਂ ਰਹਿੰਦੀਆਂ ਸਨ। ਤੇ ਹੁਣ ਉਹੀ ਜੋਗਾ ਸਿੰਘ ਹੋਰਾਂ ਨੇ ਦੁਬਾਰਾ ਦੁਹਰਾਇਆ ਕਿ ਜਿਹੜੇ
ਕੰਮ ਸ਼੍ਰੋਮਣੀ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ ਉਹ ਕਰਨਾ ਪੈ ਰਿਹਾ। ਉਧਰ ਦੂਸਰੇ ਪਾਸੇ ਕਿਸਾਨਾਂ ਸੰਬੰਧੀ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਸੰਬੰਧੀ ਜਿਹੜੇ 3 ਖੇਤੀ ਕਾਨੂੰਨ ਲਿਆਂਦੇ ਗਏ ਨੇ ਕੈਬਨਿਟ ਦੇ ਵਿੱਚ ਬਹਿ ਕੇ ਅਕਾਲੀ ਦਲ ਨੇ ਉਸ ਦਾ ਸਮਰਥਨ ਕੀਤਾ, ਜਿਸ ਦੇ ਕਾਰਨ ਉਹਨਾਂ ਨੂੰ ਸ਼ੰਭੂ ਮੋਰਚਾ ਲਾਉਣਾ ਪਿਆ। ਤੇ ਨਾਲ ਦੀ ਨਾਲ ਇੱਕ ਹੋਰ ਚਰਚਾ ਦਾ ਜਿਹੜਾ ਵਿਸ਼ਾ ਬਣਿਆ ਹੋਇਆ, ਦੱਸ ਦਈਏ ਕਿ ਉਹਨੇ ਨਵਜੋਤ ਸਿੰਘ ਸਿੱਧੂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਜਦ ਤੋਂ ਉਹ ਜਵਾਰ ਸਿੰਘ ਵਾਲਾ ਹੋਰਾਂ ਦੇ ਗੁਰਦੁਆਰਾ ਸਥਾਨ ਤੇ ਪਹੁੰਚੇ ਨੇ, ਉਸ ਤੋਂ ਬਾਅਦ ਉਹ ਬੇਅਦਬੀ ਦਾ ਮੁੱਦਾ ਜਿਹੜਾ ਉਹ ਵੱਡੇ ਪੱਧਰ ਤੇ ਚੁੱਕ ਰਹੇ ਨੇ ਤੇ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਗ੍ਰਹਿ ਮੰਤਰਾਲੇ ਤੇ ਵੀ ਵੱਡੇ ਸਵਾਲ ਨੇ ਜਿਹੜੇ ਉਹਨਾਂ ਨੇ ਖੜੇ ਕਰ ਦਿੱਤੇ। ਉਸ ਤੋਂ ਬਾਅਦ ਕੈਪਟਨ ਦੀ ਨਾਰਾਜ਼ਗੀ ਆ ਜਿਹੜੀ ਉਹ ਕਿਸੇ ਤੋਂ ਛੁਪੀ ਨਹੀਂ, ਲਗਾਤਾਰ ਉਹ ਟਵੀਟ ਤੇ ਟਵੀਟ ਕਰਦੇ ਰਹੇ ਆ। ਤੇ ਹੁਣ ਜਿਹੜਾ ਉਹਨਾਂ ਨੇ ਇੱਕ ਹੋਰ ਟਵੀਟ ਕਿਹਾ ਕਿ ਜਦ ਸਰਕਾਰੀ ਸਿਹਤ ਸਹੂਲਤਾਂ ਵਿਗੜੀਆਂ ਤਾਂ ਪ੍ਰਾਈਵੇਟ ਸਹੂਲਤਾਂ ਦਾ ਜਿਹੜਾ ਜਨਮ ਹੁੰਦਾ, ਇੱਕ ਤਰ੍ਹਾਂ ਦੇ ਨਾਲ ਪਦਾਇਸ਼ ਪੈਦਾ ਹੁੰਦੀ ਹੈ। ਤਾਂ ਹੀ ਜਿਹੜੇ ਸਰਕਾਰੀ ਸਹੂਲਤਾਂ ਜਦ ਫੇਲ ਹੁੰਦੀਆਂ ਨੇ ਤਾਂ ਹੀ ਪ੍ਰਾਈਵੇਟ ਦਾ ਆਗਾਜ਼ ਹੁੰਦਾ। ਇਸ ਦੇ ਨਾਲ ਹੀ ਜਦ ਜਿਹੜੀ ਸਰਕਾਰੀ ਸਿੱਖਿਆ ਉਹ ਫੇਲ ਹੁੰਦੀ ਹੈ ਤੇ ਤਾਂ ਹੀ ਜਿਹੜਾ ਪ੍ਰਾਈਵੇਟ ਸੈਕਟਰ ਦਾ ਆਗਾਜ਼ ਹੁੰਦਾ। ਇਸੇ ਤਰ੍ਹਾਂ ਦੀਆਂ ਜਿਹੜੀਆਂ ਹੋਰ ਕਈ ਉਦਾਹਰਨਾਂ ਨੇ ਉਹਨਾਂ ਨੇ ਅੱਜ ਦੇ ਆਪਣੇ ਟਵੀਟ ਦੇ ਵਿੱਚ ਕੀਤੀਆਂ ਨੇ, ਪਰ ਕੁਝ ਮੀਡੀਆ ਅਦਾਰਿਆਂ ਨੇ ਇੱਕ ਖਬਰ ਨਸ਼ਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਟਵੀਟ ਨੇ ਉਹਨਾਂ ਦੀ ਇੱਕ ਲਿਸਟ ਹੈ, ਜਿਹੜੀ ਇੱਕ ਲਿਸਟ ਹੈ ਉਹ ਹਰੀਸ਼ ਰਾਵਤ ਨੂੰ ਪਹੁੰਚੇਗੀ, ਕਿਉਂਕਿ ਹਰੀਸ਼ ਰਾਵਤ ਜਿਹੜੇ ਪੰਜਾਬ ਇੰਚਾਰਜ ਨੇ ਉਹਨਾਂ ਦੇ ਕੋਲ ਇਸ ਮਾਮਲੇ ਨੂੰ ਜਾਂਚ ਕਰਨ ਦੇ ਲਈ ਭੇਜਿਆ ਜਾਵੇਗਾ, ਕਿਉਂਕਿ ਅਜਿਹੇ ਟਵੀਟ ਜਿਹੜੇ ਨੁਕਸਾਨ ਕਿਤੇ ਨਾ ਕਿਤੇ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਪਹੁੰਚਾ ਸਕਦੇ ਨੇ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਦਰਵਾਜ਼ੇ ਨੇ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਬਾਰੇ ਬਿਲਕੁਲ ਜਿਹੜੇ ਬੰਦ ਕਰ ਦਿੱਤੇ ਨੇ। ਇੱਕ ਨਿੱਜੀ ਚੈਨਲ ਨੂੰ ਦਿੱਤੇ ਹੋਏ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਡੇ ਪੱਧਰ ਤੇ ਤਲਖੀ ਦੇ ਵਿੱਚ ਨਜ਼ਰ ਆਏ ਸਨ। ਜਦ ਨਵਜੋਤ ਸਿੰਘ ਸਿੱਧੂ ਬਾਰੇ ਉਹਨਾਂ ਨੇ ਸਵਾਲ, ਜਿਹੜੇ ਪੱਤਰਕਾਰ ਸਨ ਉਹਨਾਂ ਨੇ ਸਵਾਲ ਕੀਤਾ ਤਾਂ ਉਹਨਾਂ ਨੇ ਸਿੱਧਾ ਸਪਸ਼ਟ ਕਰ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਲਈ ਕਾਂਗਰਸ ਪਾਰਟੀ ਦੇ ਪੰਜਾਬ ਦੇ ਵਿੱਚ ਸਾਰੇ ਰਸਤੇ ਨੇ ਜਿਹੜੇ ਬੰਦ ਹੋ ਗਏ ਨੇ। ਜੇਕਰ ਹਾਈ ਕਮਾਨ ਉਹਨਾਂ ਤੋਂ ਇਸ ਸੰਬੰਧੀ ਕੋਈ ਜਾਣਕਾਰੀ ਮੰਗਦੀ ਹੈ ਜਾਂ ਕੋਈ ਸਲਾਹ ਦਿੰਦੀ ਹੈ ਤਾਂ ਮੈਂ ਇਹ ਕਹਾਂਗਾ ਕਿ ਕੁਝ ਸਮਾਂ ਪਹਿਲਾਂ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਡਿਪਟੀ ਸੀਐਮ ਬਣਾਇਆ ਜਾ ਸਕਦਾ ਤੇ ਕਿਸ ਤਰ੍ਹਾਂ ਪਾਰਟੀ ਪ੍ਰਧਾਨ ਨਿਯੁਕਤ ਕੀਤਾ ਜਾ ਸਕਦਾ। ਪਰ ਕੁਝ ਜਿਹੜੇ ਪੁਰਾਣੇ ਸਿਆਸੀ ਪੰਡਤ ਨੇ ਉਹ ਵੀ ਕਹਿੰਦੇ ਆ ਕਿ ਜਦ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਖੁਦ ਕਾਂਗਰਸ ਪਾਰਟੀ ਦੇ ਵਿੱਚ ਆਏ ਸਨ ਤਾਂ ਬਹੁਤ ਜਲਦੀ ਜਿਹੜਾ 2002 ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਉਹ ਬਣੇ ਸਨ। ਕਈ ਜਿਹੜੇ ਪੁਰਾਣੇ ਕਾਂਗਰਸੀ ਆਗੂ ਨੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੇ ਜਿਹੜੇ ਇਲਜ਼ਾਮ ਵੀ ਲਾਉਂਦੇ ਰਹਿੰਦੇ ਆ ਕਿ ਉਹ ਵੀ ਜਿਹੜੇ ਕਿਤੇ ਇੱਕ ਪਾਰਟੀ ਦੇ ਨਹੀਂ ਹੋਏ, ਪਰ ਦਬਦਬਾ ਹੁਣ ਅਜਿਹੇ ਆਗੂਆਂ ਦਾ। ਇਹ ਸ਼ਮਸ਼ੇਰ ਸਿੰਘ ਦੁੱਲੂ ਹੋਰਾਂ ਦਾ ਬਿਆਨ ਸੀ ਪਿਛਲੇ ਕਈ ਸਮੇਂ ਤੋਂ। ਜੇਕਰ ਬਾਜਵਾ ਹੋਣ ਭਾਵੇਂ ਦੁੱਲੂ ਸਾਹਿਬ ਹੋਣ, ਉਹ ਕੈਪਟਨ ਅਮਰਿੰਦਰ ਸਿੰਘ ਉੱਤੇ ਇਲਜ਼ਾਮ ਲਾਉਂਦੇ ਰਹਿੰਦੇ ਆ। ਪਰ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਜਿਹੜੇ ਵਿਧਾਇਕ ਨੇ ਪ੍ਰਗਟ ਸਿੰਘ ਨੂੰ ਛੱਡ ਕੇ ਬਾਕੀ ਕੋਈ ਵੀ ਵਿਧਾਇਕ ਹੈ ਜਿਹੜਾ ਉਹ ਸਿੱਧਾ ਤੌਰ ਤੇ ਬੋਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਸੀ। ਗ੍ਰਹਿ ਮੰਤਰਾਲੇ ਤੇ ਇੱਕ ਨਵਜੋਤ ਸਿੰਘ ਸਿੱਧੂ ਵੱਲੋਂ ਸਵਾਲ ਉਠਾਏ ਗਏ ਸਨ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਤਲਖੀ ਹੈ ਜਿਹੜੀ ਉਸਨੇ ਸਿਆਸੀ ਭੁਚਾਲ ਹੈ ਜਿਹੜੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਲਿਆ ਦਿੱਤਾ ਸੀ। ਤਾਂ ਸਿੱਧਾ ਜਿਹੜੀ ਮਨ ਹੈ ਉਹਨਾਂ ਨੇ ਦਰਵਾਜ਼ੇ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਲਈ ਬੰਦ ਕਰ ਦਿੱਤੇ ਸਨ। ਪਰ ਉਸ ਸਭ ਦੇ ਬਾਵਜੂਦ ਸਿਮਰਜੀਤ ਸਿੰਘ ਬੈਂਸ ਹੋਰਾਂ ਦਾ ਬੀਤੇ ਦਿਨ ਇੱਕ ਬਿਆਨ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਭਾਵੇਂ ਕਿ ਉਹ ਮੇਰੇ ਦੋਸਤ ਨੇ ਪਰ ਉਹ ਕਾਂਗਰਸ ਪਾਰਟੀ ਨੂੰ ਕਦੇ ਨਹੀਂ ਛੱਡਣਗੇ। ਇਹ ਬੈਂਸ ਹੋਰਾਂ ਨੇ ਜਿਹੜਾ ਗਲੋਬਲ ਪੰਜਾਬ ਟੀਵੀ ਤੇ ਅਸੀਂ ਨਸ਼ਰ ਕੀਤਾ ਸੀ, ਤੁਹਾਨੂੰ ਚੈਨਲ ਪੰਜਾਬੀ ਗਲੋਬਲ ਪੰਜਾਬ ਟੀਵੀ ਤੇ ਦਿਖਾਇਆ ਵੀ ਸੀ ਕੁਝ ਦਿਨਾਂ ਦੇ ਪਹਿਲੇ ਐਪੀਸੋਡ ਦੇ ਵਿੱਚ, ਜਦ ਉਹ ਕਹਿੰਦੇ ਸਨ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਪਾਰਟੀ ਨੂੰ ਨਹੀਂ ਛੱਡਣਗੇ। ਉਸ ਤੋਂ ਬਾਅਦ ਇਹ ਕਿਆਸਰਾਈਆਂ ਵੱਡੇ ਪੱਧਰ ਤੇ ਸੀਗੀਆਂ ਕਿ ਨਵਜੋਤ ਸਿੰਘ ਸਿੱਧੂ ਜਲਦ ਕਾਂਗਰਸ ਪਾਰਟੀ ਨੂੰ ਛੱਡ ਸਕਦੇ ਨੇ, ਪਰ ਅਜਿਹਾ ਕੁਝ ਨਹੀਂ ਹੋਇਆ। ਉਸ ਸਭ ਦੇ ਬਾਵਜੂਦ ਇੱਕ ਵਾਰ ਫਿਰ ਤੋਂ ਟਵੀਟ ਤੇ ਟਵੀਟ ਲਗਾਤਾਰ ਉਹ ਟਵੀਟ ਦੀ ਜਿਹੜੀ ਗੇਮ ਹੈ ਉਹ ਲਗਾਤਾਰ ਜਾਰੀ ਹੈ। ਤੇ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਟਵੀਟ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਕਿਸੇ ਹੋਰ ਤਰੀਕੇ ਨਾਲ ਸੋਚਣਾ ਪੈਣਾ, ਕਿਉਂਕਿ ਜਦ ਸਰਕਾਰੀ ਸਿਹਤ ਸਹੂਲਤਾਂ ਫੇਲ ਹੋਈਆਂ ਸਨ
ਤਾਂ ਪ੍ਰਾਈਵੇਟ ਦਾ ਆਗਾਜ਼ ਹੋਇਆ ਸੀ। ਇਸੇ ਤਰ੍ਹਾਂ ਜਦ ਸਰਕਾਰੀ ਸਿੱਖਿਆ ਫੇਲ ਹੋਈ ਸੀ ਤਾਂ ਪ੍ਰਾਈਵੇਟ ਦਾ ਆਗਾਜ਼ ਹੋਇਆ ਸੀ। ਇਸ ਤਰ੍ਹਾਂ ਦੇ ਕਈ ਉਦਾਹਰਨਾਂ ਉਹਨਾਂ ਵੱਲੋਂ ਐਗਜ਼ਾਮਪਲਾਂ ਦਿੱਤੀਆਂ ਗਈਆਂ ਨੇ, ਪਰ ਉਹਨਾਂ ਨੂੰ ਕਈ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੇ ਵੀ ਲਾਈਵ ਦੇ ਵਿੱਚ ਕਿਹਾ ਸੀ, ਜਦ ਫੋਨ ਤੇ ਗੱਲ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜੇਕਰ ਉਹਨਾਂ ਨੇ ਛਿੱਕੇ ਚੌਕੇ ਮਾਰਨੇ ਨੇ ਤਾਂ ਮੈਦਾਨ ਦੇ ਵਿੱਚ ਉਤਰਨਾ ਪੈਣਾ ਤੇ ਤਾਂ ਹੀ ਜਿਹੜਾ ਕੁਝ ਨਾ ਕੁਝ ਬਦਲ ਸਕਦਾ। ਤੇ ਇੱਥੇ ਇੱਕ ਬਿਆਨ ਜਿਹੜਾ ਸਿਮਰਜੀਤ ਸਿੰਘ ਬੈਂਸ ਹੋਰੀ ਲਗਾਤਾਰ ਦਿੰਦੇ ਨੇ, ਉਹਨਾਂ ਦਾ ਜ਼ਿਕਰ ਕਰਨਾ ਬਹੁਤ ਖਾਸ ਹੈ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ, ਸਿਮਰਜੀਤ ਸਿੰਘ ਬੈਂਸ ਬ੍ਰਦਰਜ਼ ਹੋਣ ਜਾਂ ਹੋਰ ਪ੍ਰਗਟ ਸਿੰਘ ਹੋਣ, 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਮੰਚ ਬਣਾਇਆ ਗਿਆ ਸੀ ਆਵਾਜ਼ੇ ਪੰਜਾਬ ਨਾਂ ਦਾ। ਉਸ ਮੰਚ ਤੇ ਜੇਕਰ ਸਿੱਧੂ ਸਾਹਿਬ ਰਹਿੰਦੇ, ਇਹ ਸਿਮਰਜੀਤ ਸਿੰਘ ਬੈਂਸ ਹੋਰਾਂ ਦਾ ਕਹਿਣਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਉਸ ਮੰਚ ਤੇ ਰਹਿੰਦੇ ਤਾਂ ਅੱਜ ਪੰਜਾਬ ਦੀ ਸਿਆਸਤ ਬਹੁਤ ਬਦਲੀ ਹੋਈ ਨਜ਼ਰ ਆਉਣੀ ਸੀ। ਅੱਜ ਦੀ ਜਿਸ ਤਰ੍ਹਾਂ ਦੀ ਪੰਜਾਬ ਦੀ ਸਿਆਸਤ ਹੈ ਉਸ ਤਰ੍ਹਾਂ ਦੀ ਨਹੀਂ ਹੋਣੀ ਸੀ। ਅੱਜ ਵੱਡਾ ਬਦਲਾਅ ਆ ਜਿਹੜਾ ਪੰਜਾਬ ਦੇ ਵਿੱਚ ਹੋ ਸਕਦਾ ਸੀ ਜੇਕਰ ਉਸ ਮੰਚ ਤੇ ਉਹ ਰਹਿੰਦੇ, ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਕਿਉਂਕਿ 2016 ਦੇ ਨਵੰਬਰ ਦੇ ਵਿੱਚ ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਨੇ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ, ਬੀਜੇਪੀ ਨੂੰ ਛੱਡ ਕੇ। ਵਿੱਚ ਦੀ ਗੱਲਾਂ ਇਹ ਵੀ ਆਈਆਂ ਸਨ ਕਿ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਜਿਹੜਾ ਸੰਪਰਕ ਹੈ ਲਗਾਤਾਰ ਜਾਰੀ ਹੈ। ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਇਲਜ਼ਾਮ ਹੈ ਜਿਹੜਾ ਉਹ ਲਾਇਆ ਸੀ ਕਿ ਜਿਹੜਾ ਕੇਜਰੀਵਾਲ ਸਾਹਿਬ ਨੇ ਉਹਨਾਂ ਨਾਲ ਲਗਾਤਾਰ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਗੱਲਬਾਤ ਹੈ ਜਾਰੀ ਹੈ, ਪਰ ਇਸ ਦੀ ਪੁਸ਼ਟੀ ਹੈ ਜਿਹੜੀ ਹਰਪਾਲ ਸਿੰਘ ਚੀਮਾ ਜਾਂ ਹੋਰ ਵੀ ਜਿਨ੍ਹਾਂ ਆਗੂਆਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਨਹੀਂ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਨੈਸ਼ਨਲ ਪੱਧਰ ਤੇ ਹੋਵੇ ਭਾਵੇਂ ਪੰਜਾਬ ਪੱਧਰ ਤੇ ਹੋਵੇ, ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਨਹੀਂ ਹੋਈ। ਪਰ ਇੱਥੇ ਦੱਸ ਦਈਏ ਕਿ ਇਹ ਇੱਕ ਰੀਤ ਰਹਿੰਦੀ ਆ, ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹ ਟਾਈਮ ਆਉਣ 'ਤੇ ਅਜਿਹੀਆਂ ਜਿਹੜੀਆਂ ਰਿਵੀਲ ਕਰਦੀਆਂ ਨੇ ਗੱਲਾਂ, ਪਰ ਅਜਿਹੀਆਂ ਇਸ ਟਾਈਮ ਜਿਹੜਾ ਰੱਦ ਕਰ ਦਿੱਤਾ। ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਨੇ ਸਿਹਤ ਸਹੂਲਤਾਂ ਦੀ ਗੱਲ ਕੀਤੀ ਹੈ। ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜਾ ਵੱਡੇ ਪੱਧਰ ਤੇ ਹੰਗਾਮਾ ਹੋ ਰਿਹਾ ਲੋਕਡਾਊਨ ਕਾਰਨ ਪੰਜਾਬ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਆ, ਪਰ ਕਈ ਦੱਸਦੀ ਹੈ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਬੀਤੇ ਦਿਨੀ ਇਸ ਮੌਕੇ ਬੜਾ ਚੰਗਾ ਜਿਹੜਾ ਕਾਰਜ ਆ ਉਹਨਾਂ ਵੱਲੋਂ ਕੀਤਾ ਗਿਆ ਸੀ, ਜਿਸ ਦੀ ਸ਼ਲਾਘਾ ਵੱਖ-ਵੱਖ ਆਗੂਆਂ ਵੱਲੋਂ ਵੀ ਕੀਤੀ ਗਈ ਹੈ। ਤੇ ਅੱਜ ਇੱਕ ਐਜੀਪੀਸੀ ਵੱਲੋਂ ਕਦਮ ਚੁੱਕਿਆ ਗਿਆ ਜਿਸ ਦੇ ਵਿੱਚ ਲੁਧਿਆਣਾ ਦੇ ਨੇੜੇ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਨੇ, ਉਸ ਦੇ ਵਿੱਚ ਜਿਹੜਾ ਫ੍ਰੀ ਆਕਸੀਜਨ ਦਾ ਜਿਹੜਾ ਲੰਗਰ ਹੈ ਉਹ ਜਿਹੜਾ ਫ੍ਰੀ ਆਕਸੀਜਨ ਦਾ ਪ੍ਰਬੰਧ ਹੈ ਜਿਹੜਾ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਜਿਹੜਾ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਆਕਸੀਜਨ ਘੱਟ ਹੋਣ ਦੀਆਂ ਖਬਰਾਂ ਲਗਾਤਾਰ ਦੇਸ਼ ਦੇ ਵਿੱਚੋਂ ਆ ਰਹੀਆਂ ਸਨ ਤੇ ਪੰਜਾਬ ਦੇ ਵਿੱਚ ਦਿੱਲੀ ਦੇ ਮੁਕਾਬਲੇ ਬਹੁਤ ਘੱਟ ਅਜਿਹੀਆਂ ਖਬਰਾਂ ਆਈਆਂ, ਪਰ ਕਿਤੇ ਨਾ ਕਿਤੇ ਸਮੱਸਿਆ ਜ਼ਰੂਰ ਸੀ ਤੇ ਐਜੀਪੀਸੀ ਨੇ ਅੱਜ ਇੱਕ ਚੰਗਾ ਕਦਮ ਚੱਕਦੇ ਹੋਏ ਇਹ ਕਦਮ ਚੁੱਕਿਆ ਕਿ ਲੁਧਿਆਣਾ ਦੇ ਆਲਮਗੀਰ ਸਾਹਿਬ ਗੁਰਦੁਆਰਾ ਜਿਹੜਾ ਉੱਥੇ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਤੇ ਕੁਝ ਬੈੱਡ ਵੀ ਉੱਥੇ ਸਥਾਪਿਤ ਕੀਤੇ ਗਏ ਨੇ। ਬਾਕੀ ਪ੍ਰਬੰਧਕਾਂ ਦਾ ਇਸ ਮੌਕੇ ਹੋਰ ਕੀ ਕੁਝ ਕਹਿਣਾ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਹੈ, ਇਸ ਧਰਤੀ ਤੇ ਇੱਕ ਬਹੁਤ ਵੱਡੀ ਜਿਹੜੀ ਸੇਵਾ ਕਰੋਨਾ ਤੋਂ ਪੀੜਤ ਜਿਹੜੇ ਮਰੀਜ਼ ਨੇ ਉਹਨਾਂ ਨੂੰ ਆਕਸੀਜਨ ਦੇਣ ਦਾ ਉਪਰਾਲਾ ਕੀਤਾ ਗਿਆ। ਇਹਦੇ ਲਈ ਬੀਬੀ ਜਗੀਰ ਕੌਰ ਜੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਕਨਸੈਪਟ ਲਿਆਂਦਾ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਇੱਥੇ ਜੋ ਵੀ ਮਰੀਜ਼ਾਂ ਦੇ ਆਕਸੀਜਨ ਉਹਨਾਂ ਨੂੰ ਦੇਣ ਦੇ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਦੀ ਲੋੜ ਹੈ, ਉਹਦੇ ਲਈ ਪ੍ਰਬੰਧਕ ਸਾਹਿਬ ਇੱਥੇ ਹਾਜ਼ਰ ਨੇ। ਤੇ ਅਸੀਂ ਇੱਥੇ ਵੱਡੀ ਬਿਲਡਿੰਗ ਹੈ ਜਿਹੜੀ ਸਾਡੀ, ਇਸ ਬਿਲਡਿੰਗ ਦੇ ਵਿੱਚ ਸਾਰਾ ਅਰੇਂਜਮੈਂਟ ਕਰਤਾ ਤੇ 25 ਦੇ ਕਰੀਬ ਅਸੀਂ ਬੈੱਡ ਰੱਖ ਵੀ ਦਿੱਤੇ ਤੇ 35 ਦੇ ਕਰੀਬ ਬੈੱਡ ਅਸੀਂ ਹੋਰ ਵੀ ਪੂਰੇ ਕਰ ਦਿਆਂਗੇ। ਉਸ ਤੋਂ ਇਲਾਵਾ ਜਿਉਂ-ਜਿਉਂ ਲੋੜ ਹੋਊਗੀ ਅਸੀਂ ਲਿਆ ਕੇ ਮੌਕੇ ਤੇ ਹਾਜ਼ਰ ਕਰਾਂਗੇ। ਤੇ ਇਹ ਅਸੀਂ ਸਾਰੀ ਤਿਆਰੀ ਕੀਤੀ ਆ। ਤੇ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਇਹ ਆ ਵੀ ਅਸੀਂ ਜੋ ਉਹ ਕਿੱਟ ਆ ਰਹੀ ਆ, ਜਿਹੜੀ ਕਿੱਟ ਆਉਣੀ ਆ ਆਕਸੀਜਨ ਵੈਂਟੀਲੇਟਰ ਵਗੈਰਾ ਜੋ ਵੀ ਉਹ ਮੈਡੀਕਲ ਕਿੱਟ ਹੁੰਦੀ ਆ, ਇਹਦੇ ਨਾਲ ਸਾਹ ਨਾਲ ਸੰਬੰਧਿਤ ਸਪਲਾਈ ਕਰਨ ਵਾਸਤੇ ਆਕਸੀਜਨ, ਉਹ ਜਦੋਂ ਆ ਗਈ ਤਾਂ ਉਹ ਕਨਫਰਮ ਹੋ ਗਿਆ, ਫਿਰ ਅਸੀਂ ਉਹ ਵੀ ਤੁਹਾਨੂੰ ਦੱਸਾਂਗੇ। ਅਸੀਂ ਇਸ ਵੇਲੇ ਹਾਜ਼ਰ ਹਾਂ ਤੇ ਅਸੀਂ ਛੇਤੀ ਹੋਈ ਮਤਲਬ ਇਹ ਸ਼ੁਰੂ ਕਰ ਦਿਆਂਗੇ। ਅਸੀਂ 25 ਬੈੱਡ ਲਗਾਤੇ
ਤੇ ਕਿਉਂ ਜਿਉਂ ਲੋੜ ਪਊਗੀ ਅਸੀਂ ਫਿਰ ਹੋਰ ਬੈੱਡ ਵੀ ਵਧਾ ਦਿਆਂਗੇ ਜੀ। ਇਹ ਵੈਸੇ ਸਾਰੇ ਗੁਰਦੁਆਰਿਆਂ ਦੇ ਵਿੱਚ ਹੀ ਮਤਲਬ ਜਿਹੜੇ ਵੱਡੇ ਗੁਰਦੁਆਰਾ ਸਾਹਿਬ ਨੇ ਉੱਥੇ ਇਹ ਆਦੇਸ਼ ਆਇਆ ਵੀ ਉੱਥੇ ਆਪਾਂ ਇਹ ਪ੍ਰਬੰਧ ਕਰ ਰਹੇ ਹਾਂ। ਦਮਦਮਾ ਸਾਹਿਬ ਵੀ ਇਹ ਬਠਿੰਡੇ ਜੋ ਗੁਰਦੁਆਰਾ ਵੱਡਾ ਗੁਰਦੁਆਰਾ ਸਾਹਿਬ ਆ ਤੇ ਉੱਥੇ ਵੀ ਇਹ ਪ੍ਰਬੰਧ ਕੀਤਾ ਜਾ ਰਿਹਾ। ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਸਾਰੇ ਪ੍ਰਬੰਧਕ ਮੇਰੇ ਨਾਲ ਖੜੇ ਨੇ। ਮੈਨੇਜਰ ਸਾਹਿਬ ਸਤਿਕਾਰਯੋਗ ਸਰਦਾਰ ਗੁਰਬਖਸ਼ ਸਿੰਘ ਜੀ ਇਹ ਖੜੇ ਨੇ ਤੇ ਨਾਲ ਬੇਅੰਤ ਸਿੰਘ ਜੀ ਮੈਨੇਜਰ ਸਾਹਿਬ ਖੜੇ ਨੇ, ਸਾਰੇ ਖੜੇ ਨੇ ਮੇਰੇ ਨਾਲ। ਤੇ ਅਸੀਂ ਉਹ ਆ ਰਹੇ ਨੇ ਸਾਡੇ ਏਪੀ ਸਿੰਘ ਜੀ ਜਿਹੜੇ ਸਾਡੇ ਆਪਣਾ ਹਸਪੀਟਲ ਆ ਵੱਡਾ ਰਾਮਦਾਸ ਗੁਰੂ ਰਾਮਦਾਸ ਅੰਮ੍ਰਿਤਸਰ, ਉਹ ਆ ਰਹੇ, ਉਹਨਾਂ ਦੀ ਟੀਮ ਆ। ਇਹ ਤਸਵੀਰਾਂ ਗੁਰਦੁਆਰਾ ਆਲਮਗੀਰ ਸਾਹਿਬ ਦੀਆਂ ਸਨ ਜਿੱਥੇ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ। ਦੱਸ ਦਈਏ ਕਿ ਆਕਸੀਜਨ ਦੀ ਘਾਟ ਹੈ ਲਗਾਤਾਰ ਜਾਰੀ ਹੈ। ਬੀਤੇ ਦਿਨੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਅਪੀਲ ਕੀਤੀ ਸੀਗੀ ਕਿ ਗੁਰਦੁਆਰਿਆਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ। ਉਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲ ਰਿਹਾ। ਇੱਕ ਗੱਲ ਹੋਰ, ਜਿਹੜੇ ਪੀਰ ਮੁਹੰਮਦ ਸਿੰਘ, ਕਰਨੈਲ ਸਿੰਘ ਪੀਰ ਮੁਹੰਮਦ, ਜਿਨ੍ਹਾਂ ਨਾਲ ਸਾਡੀ ਕੱਲ੍ਹ ਗੱਲਬਾਤ ਹੋ ਰਹੀ ਸੀ, ਉਹਨਾਂ ਨੇ ਵੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਜਿਹੇ ਜਿਹੜੇ ਪ੍ਰਬੰਧ ਜ਼ਰੂਰ ਹੋਣੇ ਚਾਹੀਦੇ ਆ, ਕਿਉਂਕਿ ਸਿੱਖੀ ਦਾ ਤਾਂ ਕੰਮ ਹੀ ਸਰਬੱਤ ਦਾ ਭਲਾ। ਜਦ ਵੀ ਦੁਨੀਆ ਤੇ ਕਿਸੇ ਤਰ੍ਹਾਂ ਦੀ ਪੀੜ ਪੈਂਦੀ ਹੈ ਤਾਂ ਸਿੱਖ ਹਮੇਸ਼ਾ ਅੱਗੇ ਹੁੰਦੇ ਨੇ। ਤਾਂ ਇਸ ਔਖੀ ਘੜੀ ਦੇ ਵਿੱਚ ਲੋਕਾਂ ਦੀ ਸਹਾਇਤਾ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਜਿਹੜਾ ਸੜਕਾਂ ਤੇ ਨਾ ਸੌਣਾ ਪਵੇ, ਸੜਕਾਂ ਤੇ ਨਾ ਜਿਹੜੇ ਮੌਤ ਦੇ ਮੂੰਹ ਦੇ ਵਿੱਚ ਜਾਣਾ ਪਵੇ। ਇਸ ਕਾਰਨ ਅਜਿਹੇ ਪ੍ਰਬੰਧ ਨੇ ਜਿਹੜੇ ਉਹ ਜ਼ਰੂਰ ਕਰਨੇ ਚਾਹੀਦੇ ਨੇ। ਇਸ ਤੋਂ ਇਲਾਵਾ ਜਦ ਇਸ ਤਰ੍ਹਾਂ ਦੀ ਮਹਾਮਾਰੀ ਆ ਉਸ ਤੋਂ ਬਾਅਦ ਵੀ ਕੁਝ ਲੋਕ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਬਾਰੇ ਭੱਦੀ ਜਿਹੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਜਿਸ ਦਾ ਮੁੱਦਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਹੋਰਾਂ ਨੇ ਚੁੱਕਿਆ, ਜਿਸ ਦੇ ਵਿੱਚ ਉਹਨਾਂ ਨੇ ਜਿਹੜੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਤੇ ਬਾਕੀ ਉਹਨਾਂ ਕੀ ਕੁਝ ਕਿਹਾ ਤੁਹਾਨੂੰ ਸੁਣਾ ਦਿੰਦੇ ਹਾਂ। ਬਹੁਤ ਮੰਦਭਾਗੀ ਗੱਲ ਹੈ ਕਿ ਜਿਸ ਵੇਲੇ ਕੋਵਿਡ ਆਪਣੇ ਪੂਰੇ ਉਸ ਰੂਪ ਵਿੱਚ ਹੈ ਕਿ ਜਿੱਥੇ ਅੱਜ ਲਾਸ਼ਾਂ ਦੇ ਢੇਰ ਲੱਗਦੇ ਪਏ ਨੇ, ਉਸ ਵੇਲੇ ਕੁਝ ਲੋਕ ਲੱਗੇ ਨੇ ਜਿਹੜੇ ਸਿੱਖਾਂ ਨੂੰ, ਸਿੱਖ ਗੁਰੂਆਂ ਦੇ ਉੱਤੇ ਹਮਲੇ ਕਰਦੇ ਪਏ ਨੇ। ਗੁਰੂ ਨਾਨਕ ਪਾਤਸ਼ਾਹ ਬੜੇ ਕਿਸੇ ਨੇ ਸਾਈਟ ਬਣਾਈ ਹੈ ਇੰਸਟਾਗ੍ਰਾਮ ਤੇ, ਔਰ ਉਹ ਬਹੁਤ ਹੀ ਭੱਦੀ ਭਾਸ਼ਾ ਯੂਜ਼ ਕਰ ਰਹੇ ਨੇ ਔਰ ਐਸਾ ਕੰਮ ਕਰ ਰਹੇ ਨੇ। ਮੈਂ ਚਾਹਾਂਗਾ ਇਸ ਨੂੰ ਜ਼ਰੂਰ ਫੋਕਸ ਕਰਕੇ ਦਿਖਾਇਆ ਜਾਵੇ। ਮੈਂ ਇਹ ਸਮਝਦਾ ਵਾਂ ਕਿ ਇਹ ਕੰਮ ਜਿਹੜੇ ਲੱਗੇ ਨੇ, ਮੈਂ ਇਹਨਾਂ ਦਾ ਸਖਤ ਨੋਟਿਸ ਲਿਆ। ਮੈਂ ਇਹਨਾਂ ਦੇ ਖਿਲਾਫ ਕ੍ਰਿਮੀਨਲ ਕੰਪਲੇਂਟ ਔਰ ਹੋਮ ਮਿਨਿਸਟਰ, ਪੁਲਿਸ ਕਮਿਸ਼ਨਰ ਔਰ ਇੱਥੋਂ ਤੱਕ ਜਿਹੜੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ, ਉਹਨਾਂ ਨੂੰ ਮੈਂ ਲੈਟਰ ਲਿਖੀ ਹੈ। ਮੈਂ ਸਾਈਬਰ ਸੈੱਲ ਦੇ ਵਿੱਚ ਕੰਪਲੇਂਟ ਦਿੱਤੀ ਹੈ ਕਿ ਇਹਨਾਂ ਦੇ ਉੱਤੇ ਸਖਤ ਐਕਸ਼ਨ ਹੋਣਾ ਚਾਹੀਦਾ। ਮੈਨੂੰ ਇਹ ਨਹੀਂ ਸਮਝ ਆ ਰਹੀ, ਜਦੋਂ ਏਡੀ ਵੱਡੀ ਪੀੜਾ ਮਨੁੱਖਤਾ ਦੇ ਉੱਤੇ ਆਈ ਹੋਈ ਹੈ ਔਰ ਕਿਵੇਂ ਸਿੱਖ ਕੌਮ ਸੇਵਾ ਕਰਦੀ ਪਈ ਹੈ, ਇਹ ਕਿਹੜੇ ਲੋਕ ਨੇ, ਇਹ ਕਿਹੜੇ ਧਰਮ ਤੋਂ ਨੇ, ਇਹਨਾਂ ਦੀ ਕੀ ਜ਼ਹਿਨੀਅਤ ਹੈ, ਇਹ ਕਿਹੋ ਜਿਹਾ ਕੰਮ ਕਰਦੇ ਪਏ ਨੇ। ਕਿਸੇ ਪਾਸੇ ਇਹ ਹੋ ਰਿਹਾ, ਕਿਸੇ ਪਾਸੇ ਤਖਤ ਪਟਨਾ ਸਾਹਿਬ ਨੂੰ ਧਮਕੀ ਮਿਲਦੀ ਪਈ ਹੈ ਕਿ 50 ਕਰੋੜ ਰੁਪਏ ਦੇ ਦਿਓ, ਨਹੀਂ ਤੇ ਅਸੀਂ ਉਡਾ ਦੇਵਾਂਗੇ। ਮੈਂ ਸਮਝਦਾ ਕਿ ਤੁਹਾਡੇ ਉਡਾਣ ਵਾਲੇ ਕਈ ਰਾਜੇ ਮਹਾਰਾਜੇ ਵੀ ਆਏ ਨੇ, ਕਦੀ ਦਰਬਾਰ ਸਾਹਿਬ ਤੇ ਹਮਲੇ ਕੀਤੇ ਨੇ। ਜਿਨ੍ਹਾਂ ਨੇ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ, ਭਾਵੇਂ ਉਹ ਪੁਰਾਣੇ ਵਕਤ ਜਾਂ 1984 ਚ ਉਹਨਾਂ ਦਾ ਹਾਲ ਕੀ ਹੋਇਆ, ਇਹ ਖਬਰਦਾਰ ਇਹੋ ਜਿਹੀ ਗੱਲਾਂ ਤੋਂ ਇਸ ਵੇਲੇ ਸਾਡੀਆਂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਨਾ ਕਰੋ। ਮੈਂ ਸਮਝਦਾ ਕਿ ਸਿੱਖ ਕੌਮ ਸਮਰੱਥ ਹੈ, ਜੇ ਉਸ ਤੇ ਕੋਈ ਇਹੋ ਜਿਹਾ ਹਮਲਾ ਕਰੇਗਾ ਉਹ ਜਵਾਬ ਦੇਵਾਂਗੇ ਜਿਹੜਾ ਸਾਰੀ ਉਮਰ ਤੁਸੀਂ ਯਾਦ ਰੱਖੋਗੇ। ਮਿਹਰਬਾਨੀ ਕਰਕੇ ਅਸੀਂ ਸੇਵਾ 'ਚ ਲੱਗੇ ਹਾਂ, ਸਾਨੂੰ ਸੇਵਾ 'ਚ ਲੱਗੇ ਰਹਿਣ ਦਿਓ। ਮਨੁੱਖਤਾ ਨੂੰ ਲੋੜ ਹੈ ਇਸ ਵੇਲੇ ਇਹੋ ਜਿਹਾ ਮਾਹੌਲ ਗੰਦਲਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇੱਕ ਅਪੀਲ ਮੈਂ ਹੋਰ ਅੱਜ ਯੂਥ ਨੂੰ ਕਰਨਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਕੋਵਿਡ ਦੀ ਮਾਰ ਪੈ ਰਹੀ ਹੈ, ਅੱਜ ਗਵਰਨਮੈਂਟ ਨੇ 45 ਸਾਲ ਤੋਂ ਥੱਲੇ ਵੀ ਜਿਹੜੀ ਵੈਕਸੀਨ ਹੈ ਲਗਵਾਉਣੀ ਸ਼ੁਰੂ ਕਰ ਦਿੱਤੀ ਹੈ। ਮੈਂ ਅਪੀਲ ਕਰਦਾ ਆਪਣੇ ਸਾਰੇ ਯੂਥ ਨੂੰ ਕਿ ਤੁਸੀਂ ਪਲੀਜ਼ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਾਓ ਔਰ ਇਹ ਜਿਹੜੀ ਵੈਕਸੀਨ ਹੈ ਇਸ ਨੂੰ ਜ਼ਰੂਰ ਲਗਾਓ। ਇਹਦੇ ਨਾਲ ਬਹੁਤ ਕੁਝ ਤੁਹਾਨੂੰ ਫਾਇਦਾ ਵੀ ਮਿਲੇਗਾ। ਔਰ ਅੱਜ ਮੈਂ ਸੋਚ ਰਿਹਾ ਕਿ ਸਾਡਾ ਧਿਆਨ ਇਸ ਵੇਲੇ ਵੈਕਸੀਨ ਵਾਲੇ ਪਾਸੇ ਨਹੀਂ ਹੈ। ਮੈਂ ਇੱਕ ਵਾਰੀ ਫੇਰ ਯੂਥ ਨੂੰ ਅਪੀਲ ਕਰਦਾ ਕਿ ਇਹ ਤੁਹਾਡੀ ਡਿਊਟੀ ਬਣਦੀ ਹੈ, ਤੁਸੀਂ ਆਪ ਵੀ ਲਵਾਓ ਔਰ ਤੁਹਾਡੇ ਜਿਹੜੇ ਹੋਰ ਸਕੇ ਸੰਬੰਧੀ ਨੇ, ਦੋਸਤ ਮਿੱਤਰ ਨੇ, ਉਹਨਾਂ ਨੂੰ ਵੀ ਇਸ ਗੱਲ ਵਾਸਤੇ ਪ੍ਰੇਰੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਜਿਨ੍ਹਾਂ ਨੇ
ਅਪੀਲ ਕੀਤੀ ਹੈ ਜਿਹੜੇ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਕਰ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਜਿਹੜੀ ਮੰਗ ਕੀਤੀ ਹੈ। ਤੇ ਨਾਲ ਦੀ ਨਾਲ ਦੱਸ ਦਈਏ ਕਿ ਇਸ ਦੌਰਾਨ ਕੁਝ ਕਮੈਂਟ ਨੇ ਸਾਡੇ ਦਰਸ਼ਕਾਂ ਦੇ, ਹਰਪਾਲ ਸਿੰਘ ਤੇ ਸ਼ੇਰ ਸਿੰਘ ਹੋਰਾਂ ਨੇ ਜਿਹੜੇ ਆਗੂ ਨੇ ਕੁਝ ਢੀਂਡਸਾ, ਖਹਿਰਾ ਜਾਂ ਬੈਂਸ ਇਸ ਤਰ੍ਹਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਸੰਬੰਧੀ ਜਿਹੜਾ ਕਮੈਂਟ ਕੀਤਾ। ਤੁਸੀਂ ਵੀ ਆਪਣੀ ਰਾਏ ਆ ਜਿਹੜੀ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਦੇ ਜ਼ਰੀਏ ਸਾਡੇ ਨਾਲ ਰੱਖ ਸਕਦੇ ਹੋ ਤੇ ਤੁਸੀਂ ਕਮੈਂਟ ਕੀਤਾ, ਬਹੁਤ-ਬਹੁਤ ਸ਼ੁਕਰੀਆ। ਜਿਹੜਾ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਹੋ ਚੁੱਕਾ। ਤੁਸੀਂ YouTube, Facebook ਤੇ ਵੀ ਸਾਡੇ ਨਾਲ ਜੁੜੇ ਤੇ ਨਾਲ ਦੀ ਨਾਲ TV ਦੇ ਜ਼ਰੀਏ ਵੀ ਸਾਡੇ ਨਾਲ ਜੁੜੇ। ਤੁਸੀਂ ਹਮੇਸ਼ਾ ਸਾਡਾ ਜਿਹੜਾ ਹੌਸਲਾ ਅਫਜ਼ਾਈ ਹੈ ਉਹ ਕਰਦੇ ਰਹਿੰਦੇ ਹੋ ਤੇ ਸਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਜੁੜਦੇ ਹੋ, ਉਸ ਲਈ ਬਹੁਤ-ਬਹੁਤ ਸ਼ੁਕਰੀਆ। ਜਿਹੜੀ ਹੁਣ ਮੁਲਾਕਾਤ ਹੋਣੀ ਹੈ ਉਹ ਕੱਲ ਹੋਣੀ ਹੈ। ਕੱਲ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਜਿਹੜੀ ਮੁਲਾਕਾਤ ਹੋਵੇਗੀ, ਜਿਸ ਦੇ ਵਿੱਚ ਤੁਸੀਂ ਵੱਖ-ਵੱਖ ਮੁੱਦਿਆਂ ਤੇ ਜਿਹੜੀ ਆਪਣੀ ਰਾਏ ਆ ਉਹਨੂੰ ਰੱਖਣ ਦੇ ਲਈ ਤੁਸੀਂ ਫੋਨ ਕਾਲ ਹੈ ਜਿਹੜਾ ਉਹ ਸਾਡੇ ਨਾਲ ਕਰ ਸਕਦੇ ਹੋ। TV ਸਕਰੀਨ ਉੱਤੇ ਲਗਾਤਾਰ ਨੰਬਰ ਨੇ ਜਿਹੜੇ ਉਹ ਫਲੈਸ਼ ਕੀਤੇ ਜਾਂਦੇ ਆ, ਪਰ ਜਿਹੜਾ ਅੱਜ ਦਾ ਸਮਾਂ ਉਹ ਸਮਾਪਤ ਹੋ ਚੁੱਕਾ ਹੈ। ਹੁਣ ਜਿਹੜੀ ਮੁਲਾਕਾਤ ਹੈ ਉਹ ਕੱਲ ਹੋਵੇਗੀ। ਉਦੋਂ ਤੱਕ ਦਿਓ ਇਜਾਜ਼ਤ, ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।